हेलो एवरीवन, मेरा नाम निष्ठा बंसल है। मैं एक फाइनल ईयर एमबीबीएस स्टूडेंट ਹਾਂ इन भोपाल 'ਚ। मैंने अपना नीट 2020 ਚ ਦਿੱਤਾ ਸੀਗਾ ਤੇ ਮੇਰਾ ਰੈਂਕ 484 ਸੀਗਾ ਤੇ ਮੇਰੇ ਮਾਰਕ 683 ਸੀਗਾ। ਲਾਸਟ ਟਾਈਮ ਆਪਾਂ ਨੇ ਸੈਕੰਡ ਲੈਕਚਰ ਆਫ ਬਾਇਓਮੋਲੀਕਿਊਲਸ ਕੀਤਾ ਸੀਗਾ, ਜਿਹਦੇ ਅੰਦਰ ਆਪਾਂ ਨੇ ਬੇਸਿਕਸ ਆਫ ਪੋਲੀਸੈਕਰਾइड्स ਐਂਡ ਮੋਨੋਸੈਕਰਾइड्स ਕਵਰ ਕੀਤੇ ਸੀ। ਫਿਰ ਪ੍ਰੋਟੀਨਸ ਦੇ ਸਟਰਕਚਰ ਨੂੰ ਕਵਰ ਕੀਤਾ ਸੀਗਾ ਡਿਟੇਲਸ ਤੇ ਉਸ ਤੋਂ ਬਾਅਦ ਆਪਾਂ ਨੇ ਐਂਜ਼ਾਈਮਸ ਦੇ ਬਾਰੇ ਡਿਸਕਸ ਕੀਤਾ ਸੀਗਾ। ਉਸੇ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਆਪਾਂ ਨੇ ਲਾਸਟ ਟਾਈਮ ਨੇਚਰ ਆਫ ਐਂਜ਼ਾਈਮੈਟਿਕ ਐਕਸ਼ਨ ਤੇ ਖਤਮ ਕੀਤਾ ਸੀਗਾ। ਹੁਣ ਆਪਾਂ ਅੱਜ ਪੜਾਂਗੇ ਫੈਕਟਰਸ ਅਫੈਕਟਿੰਗ ਐਂਜ਼ਾਈਮ ਐਕਟੀਵਿਟੀ। ਤਾਂ ਉਸ ਤੋਂ ਬਾਅਦ ਆਪਾਂ ਨੇ ਪੜਿਆ ਸੀਗਾ ਕਿ ਐਂਜ਼ਾਈਮ ਦੀ ਐਕਟੀਵਿਟੀ ਨੂੰ ਬਹੁਤ ਸਾਰੇ ਫੈਕਟਰਸ ਅਫੈਕਟ ਕਰਦੇ ਨੇ ਤੇ ਐਂਜ਼ਾਈਮ ਦੀ ਐਕਟੀਵਿਟੀ ਦੇ ਅੰਦਰ ਐਂਜ਼ਾਈਮ ਕੀ ਕੰਮ ਕਰਦੇ ਕਿ ਸਬਸਟ੍ਰੇਟ ਨੂੰ ਇੱਕ ਪ੍ਰੋਡਕਟ ਤੇ ਲਿਆਉਣ ਦਾ ਕੰਮ ਕਰਦੇ ਤੇ ਉਹਨੂੰ ਉਹਦੀ ਪੇਸ ਇੰਕਰੀਜ਼ ਕਰ ਦਿੰਦੇ, ਉਹਦਾ ਰੇਟ ਇੰਕਰੀਜ਼ ਕਰ ਦਿੰਦਾ। ਕਿ ਅਗਰ ਬਿਨਾਂ ਐਂਜ਼ਾਈਮ, ਜਿਵੇਂ ਉੱਪਰ ਆਪਾਂ ਨੇ ਕਾਰਬੋਨਿਕ ਐਨਹਾਈਡ੍ਰੇਸ ਦੀ ਐਗਜ਼ਾਮਪਲ ਪੜ੍ਹੀ ਸੀ ਕਿ ਇਨ ਦੀ ਐਬਸੈਂਸ ਆਫ ਐਂਜ਼ਾਈਮ ਸਿਰਫ ਕੁਛ ਅਰਾਊਂਡ ਹੰਡਰਡਸ ਆਫ ਮੋਲੀਕਿਊਲਸ ਹੀ ਆਪਣੀ ਸਬਸਟ੍ਰੇਟ ਤੋਂ ਪ੍ਰੋਡਕਟ 'ਚ ਜਾ ਪਾਉਂਦੇ ਨੇ ਇੱਕ ਆਰ ਦੇ ਅੰਦਰ। ਬਟ ਜਦੋਂ ਐਂਜ਼ਾਈਮ ਐਕਟ ਕਰਦੇ ਕਾਰਬੋਨਿਕ ਐਨਹਾਈਡ੍ਰੇਸ, ਉਹਦਾ ਵਿਦਿਨ ਸੈਕਿੰਡਸ ਲੈਕਸ ਦੇ ਅੰਦਰ ਸਬਸਟ੍ਰੇਟ ਪ੍ਰੋਡਕਟ ਦੇ ਅੰਦਰ ਚੇਂਜ ਹੋ ਜਾਂਦੇ ਨੇ। ਤੇ ਜਿਹੜੇ ਵੀ ਕੋਈ ਵੀ ਰਿਐਕਸ਼ਨ ਹੁੰਦੀ ਹੈ ਉਹਦੇ ਲਈ ਇੱਕ એનર્ਜੀ ਰਿਕੁਆਇਰਡ ਹੁੰਦੀ ਹੈ ਜਿਹਨੂੰ ਬੋਲਦੇ ਐਕਟੀਵੇਸ਼ਨ એનર્ਜੀ। ਤੇ ਕੋਈ ਰਿਐਕਸ਼ਨ ਐਕਸੋਥਰਮਿਕ ਵੀ ਹੋ ਸਕਦੀ ਹੈ, ਐਂਡੋਥਰਮਿਕ ਵੀ ਹੋ ਸਕਦੀ ਹੈ ਕਿ ਉਹਨੂੰ એનર્ਜੀ ਆਪਾਂ ਬਾਹਰ ਤੋਂ ਚਾਹੀਦੀ ਹੈ এনवायरमेंट ਤੋਂ ਜਾਂ ਨਹੀਂ ਚਾਹੀਦੀ। ਹੁਣ ਇਹ ਸਾਰੇ ਜਿੰਨੀ ਵੀ ਰਿਐਕਸ਼ਨਸ ਹੈ ਤੇ ਐਂਜ਼ਾਈਮ ਹੈ ਉਹਦੀ ਐਕਟੀਵਿਟੀ ਨੂੰ ਕੀ ਫੈਕਟਰਸ ਅਫੈਕਟ ਕਰਦੇ ਨੇ ਉਹਦੇ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਕੀ ਹੈ ਕਿ ਦੀ ਐਕਟੀਵਿਟੀ ਆਫ ਐਨ ਐਂਜ਼ਾਈਮ ਕੈਨ ਬੀ ਅਫੈਕਟਡ ਬਾਈ ਚੇਂਜ ਇਨ ਦੀ ਕੰਡੀਸ਼ਨਸ। ਜਿਹੜਾ ਆਪਾਂ ਪੜਿਆ ਹੁੰਦੀ ਕਿ ਅਗਰ ਕੰਡੀਸ਼ਨਸ ਚੇਂਜ ਹੋਣਗੀਆਂ ਤਾਂ ਐਂਜ਼ਾਈਮ ਦੀ ਐਕਟੀਵਿਟੀ ਵੀ ਚੇਂਜ ਹੋ ਜਾਏਗੀ। ਕਿਉਂ ਚੇਂਜ ਹੁੰਦੀ ਹੈ? ਕਿਉਂਕਿ ਉਹਦਾ ਟਰਸ਼ਰੀ ਸਟਰਕਚਰ ਆਲਟਰ ਹੋ ਜਾਂਦਾ ਪ੍ਰੋਟੀਨ ਦਾ। ਟਰਸ਼ਰੀ ਸਟਰਕਚਰ ਆਫ ਦੀ ਪ੍ਰੋਟੀਨ ਇਜ਼ ਆਲਟਰਡ। ਤੇ ਇਹਦੇ ਅੰਦਰ ਕਿਹੜੇ ਕਿਹੜੇ ਫੈਕਟਰਸ ਆ ਜਾਣਗੇ? ਟੈਂਪਰੇਚਰ, ਪੀਐਚ, ਚੇਂਜ ਇਨ ਸਬਸਟ੍ਰੇਟ ਕੰਸੈਂਟ੍ਰੇਸ਼ਨ, ਬਾਈਂਡਿੰਗ ਆਫ ਸਪੈਸੀਫਿਕ ਕੈਮੀਕਲਸ ਦੈਟ ਰੈਗੂਲੇਟ ਇਟਸ ਐਕਟੀਵਿਟੀ। ਇਹ ਜਿੰਨੇ ਵੀ ਫੈਕਟਰਸ ਹੈ ਇਹ ਸਾਰੇ ਐਂਜ਼ਾਈਮ ਦੀ ਐਕਟੀਵਿਟੀ ਨੂੰ ਅਫੈਕਟ ਕਰਦੇ ਨੇ। ਕਿਉਂ? ਕਿਉਂਕਿ ਉਹਦਾ ਟਰਸ਼ਰੀ ਸਟਰਕਚਰ ਚੇਂਜ ਹੋ ਜਾਂਦਾ ਪ੍ਰੋਟੀਨ ਦਾ। ਆਪਾਂ ਨੇ ਪੜ੍ਹਿਆ ਸੀ ਕਿ ਜਿਹੜਾ ਟਰਸ਼ਰੀ ਸਟਰਕਚਰ ਆਫ ਪ੍ਰੋਟੀਨ ਹੈ ਉਹ ਬਾਇਓਲੋਜੀਕਲੀ ਐਕਟਿਵ ਸਟਰਕਚਰ ਹੁੰਦਾ। ਉਹਦੇ ਅੰਦਰ ਕੁਝ ਐਕਟਿਵ ਪਾਕੇਟਸ ਬਣ ਜਾਂਦੇ ਨੇ ਜਿੱਥੇ ਜਾ ਕੇ ਸਬਸਟ੍ਰੇਟ ਅਟੈਚ ਹੋ ਸਕਦਾ। ਜੇ ਉਹ ਸਟਰਕਚਰ ਹੀ ਆਲਟਰ ਹੋ ਗਿਆ ਤਾਂ ਉਹਦੇ ਕਰਕੇ ਐਂਜ਼ਾਈਮ ਦੀ ਐਕਟੀਵਿਟੀ ਵੀ ਚੇਂਜ ਹੋ ਜਾਏਗੀ, ਉਹਨੂੰ ਵੀ ਅਫੈਕਟ ਹੋਏਗਾ। ਸਭ ਤੋਂ ਪਹਿਲਾਂ ਫੈਕਟਰ ਪੜਾਂਗੇ ਟੈਂਪਰੇਚਰ ਤੇ ਉਸ ਤੋਂ ਬਾਅਦ ਪੀਐਚ। ਜਿਹੜਾ ਟੈਂਪਰੇਚਰ ਤੇ ਪੀਐਚ ਹੈ, ਜਿਹੜਾ ਇੱਕ ਐਂਜ਼ਾਈਮ ਹੁੰਦਾ ਉਹ ਇੱਕ ਨੈਰੋ ਰੇਂਜ ਆਫ ਟੈਂਪਰੇਚਰ ਤੇ ਪੀਐਚ ਤੇ ਮੋਸਟ ਇਫੈਕਟਿਵ ਹੁੰਦਾ, ਸਭ ਤੋਂ ਜ਼ਿਆਦਾ ਕੰਮ ਕਰ ਪਾਉਂਦਾ। ਤਾਂ ਈਚ ਐਂਜ਼ਾਈਮ ਸ਼ੋਜ਼ ਇਟਸ ਹਾਈਐਸਟ ਐਕਟੀਵਿਟੀ ਐਟ ਅ ਪਰਟੀਕੁਲਰ ਟੈਂਪਰੇਚਰ ਐਂਡ ਪੀਐਚ ਕਾਲਡ ਦੀ ਆਪਟੀਮਮ ਟੈਂਪਰੇਚਰ ਐਂਡ ਆਪਟੀਮਮ ਪੀਐਚ। ਉਸਦੇ ਨੀਚੇ ਤੇ ਉਸਦੇ ਉੱਤੇ ਉਹਦੀ ਵੈਲਿਊ, ਐਂਜ਼ਾਈਮੈਟਿਕ ਐਕਟੀਵਿਟੀ ਦੀ ਵੈਲਿਊ ਉਹਦੇ ਅਗਰ ਟੈਂਪਰੇਚਰ ਪੀਐਚ ਇੰਕਰੀਜ਼ ਹੋਏਗਾ ਤਾਂ ਵੀ ਘੱਟ ਹੋ ਜਾਏਗੀ, ਜੇ ਘੱਟ ਹੋਏਗਾ ਤਾਂ ਵੀ ਘੱਟ ਹੋ ਜਾਏਗੀ। The activity declines both below and above the optimum value. The low temperature preserves the enzyme in a temporarily inactive state, whereas the high temperature destroys the enzymatic activity because the proteins are denatured by heat. ਜਿਵੇਂ ਕਿ ਪੜ੍ਹਿਆ ਕਿ ਦੋਨੋਂ ਉੱਪਰ ਜਾਣ ਤੇ ਨੀਚੇ ਜਾਣ ਤੇ ਉਹਦੀ ਐਂਜ਼ਾਈਮ ਦੀ ਐਕਟੀਵਿਟੀ ਘੱਟ ਹੋ ਜਾਏਗੀ। ਹੁਣ ਇਹਦਾ ਕੀ ਰੀਜ਼ਨਿੰਗ ਹੈ ਕਿ ਜਦੋਂ ਟੈਂਪਰੇਚਰ ਘੱਟ ਹੋਏਗਾ, ਅਗਰ ਟੈਂਪਰੇਚਰ ਘੱਟ ਹੋ ਗਿਆ ਤੇ ਟੈਂਪਰੇਰੀਲੀ ਇਨਐਕਟਿਵ ਸਟੇਟ 'ਚ ਚਲਾ ਜਾਏਗਾ ਐਂਜ਼ਾਈਮ, ਤਾਂ ਕਰਕੇ ਉਹਦੀ ਐਕਟੀਵਿਟੀ ਘੱਟ ਹੋ ਜਾਏਗੀ। ਤੇ ਹਾਈ ਟੈਂਪਰੇਚਰਸ ਤੇ ਕੀ ਹੋਏਗਾ ਕਿ ਪ੍ਰੋਟੀਨ ਡੀਨੈਚੁਰੇਟ ਹੋ ਜਾਂਦੇ, ਪ੍ਰੋਟੀਨ ਦਾ ਸਟਰਕਚਰ ਚੇਂਜ ਹੋਣ ਲੱਗ ਜਾਂਦਾ ਤੇ ਟੁੱਟਣ ਲੱਗ ਜਾਂਦਾ, ਤਾਂ ਕਰਕੇ ਉਹਨੂੰ ਡੀਨੇਚਰਿੰਗ ਬੋਲਦੇ ਆ। ਉਹ ਹੀਟ ਦੀ ਪ੍ਰੈਜ਼ੈਂਸ ਹੁੰਦੀ ਜਦੋਂ ਕਿ ਟੈਂਪਰੇਚਰ ਇੰਕਰੀਜ਼ ਹੋ ਜਾਏਗਾ, ਤਾਂ ਕਰਕੇ ਐਂਜ਼ਾਈਮੈਟਿਕ ਐਕਟੀਵਿਟੀ ਘੱਟ ਹੋ ਜਾਂਦੀ ਹੈ। ਹੁਣ ਆਏਗਾ ਕੰਸੈਂਟ੍ਰੇਸ਼ਨ ਆਫ ਸਬਸਟ੍ਰੇਟ। ਜਦੋਂ ਇੰਕਰੀਜ਼ ਇਨ ਕੰਸੈਂਟ੍ਰੇਸ਼ਨ ਆਫ ਸਬਸਟ੍ਰੇਟ ਹੁੰਦਾ ਤਾਂ ਜਿਹੜੀ ਐਂਜ਼ਾਈਮੈਟਿਕ ਵੈਲੋਸਿਟੀ ਹੈ ਉਹ ਪਹਿਲਾਂ ਤਾਂ ਇੰਕਰੀਜ਼ ਕਰਦੀ ਹੈ, ਠੀਕ ਹੈ, ਇੰਕਰੀਜ਼ਸ ਐਟ ਫਰਸਟ। ਤੇ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਹੈ ਅਲਟੀਮੇਟਲੀ ਇੱਕ ਮੈਕਸਿਮਮ ਵੈਲੋਸਿਟੀ ਕਰ ਲੈਂਦਾ ਕਿ ਇਸ ਤੋਂ ਜ਼ਿਆਦਾ ਉਹਦੀ ਵੈਲੋਸਿਟੀ ਇੰਕਰੀਜ਼ ਨਹੀਂ ਹੋ ਸਕਦੀ, ਇਸ ਤੋਂ ਜ਼ਿਆਦਾ ਉਹਦਾ ਰੇਟ ਇੰਕਰੀਜ਼ ਨਹੀਂ ਹੋ ਸਕਦਾ। ਦਿਸ ਇਜ਼ ਬਿਕੋਜ਼ ਇਹ ਹੁੰਦਾ ਕਿਉਂ ਹੈ ਹੁਣ ਕਿ ਉਹਨੇ ਲਿਖਿਆ ਕੀ ਹੈ ਕਿ ਇਸ ਤੋਂ ਬਾਅਦ ਇੱਕ ਮੈਕਸਿਮਮ ਵੈਲੋਸਿਟੀ ਜਿਹਨੂੰ ਵੀ ਮੈਕਸ ਬੋਲਦੇ ਨੇ ਉਹ ਅਟੇਨ ਹੋ ਜਾਂਦੀ ਹੈ ਤੇ ਇਸ ਤੋਂ ਉੱਤੇ ਵੈਲੋਸਿਟੀ ਨਹੀਂ ਇੰਕਰੀਜ਼ ਹੁੰਦੀ ਹੈ ਕਿਸੇ ਵੀ ਰਿਐਕਸ਼ਨ ਦੀ, ਚਾਹੇ ਸਬਸਟ੍ਰੇਟ ਦੀ ਕੰਸੈਂਟ੍ਰੇਸ਼ਨ ਆਪਾਂ ਇੰਕਰੀਜ਼ ਵੀ ਕਰ ਦਈਏ। ਇਹ ਕਿਉਂ ਹੁੰਦਾ? ਕਿਉਂਕਿ ਐਂਜ਼ਾਈਮ ਦੇ ਨੰਬਰ ਆਫ ਮੋਲੀਕਿਊਲਸ ਤਾਂ ਲਿਮਿਟਡ ਨੇ, ਤਾਂ ਜਿੰਨੀ ਵੀ ਐਕਟਿਵ ਪਾਕੇਟਸ ਹੈ
ਉਹਨਾਂ ਸਭ ਤੇ ਜਾ ਕੇ ਐਂਜ਼ਾਈਮ ਸਬਸਟ੍ਰੇਟ ਬਾਈਂਡ ਹੋ ਜਾਏਗਾ ਤੇ ਉਸ ਤੋਂ ਬਾਅਦ ਕੋਈ ਫ੍ਰੀ ਐਕਟਿਵ ਪਾਕਟ ਜਾਂ ਐਕਟਿਵ ਸਾਈਟ ਹੀ ਨਹੀਂ ਅਵੇਲੇਬਲ ਰਹੇਗੀ। ਤਾਂ ਕਰਕੇ ਅਗਰ ਆਪਾਂ ਸਬਸਟ੍ਰੇਟ ਕੰਸੈਂਟ੍ਰੇਸ਼ਨ ਇੰਕਰੀਜ਼ ਵੀ ਕਰਤੀ ਤਾਂ ਅਗਲੇ ਬਟ ਕੋਈ ਐਕਟਿਵ ਪਾਕਟ ਜਾਂ ਸਾਈਟ ਤਾਂ ਹੈ ਹੀ ਨਹੀਂ ਜਿੱਥੇ ਜਾ ਕੇ ਉਹ ਬਾਈਂਡ ਕਰ ਸਕਦੇ ਤੇ ਰਿਐਕਸ਼ਨ ਅੱਗੇ ਪ੍ਰੋਸੀਡ ਹੋ ਸਕਦੀ ਹੈ, ਫਾਰਵਰਡ ਡਾਇਰੈਕਸ਼ਨ 'ਚ ਜਾ ਸਕਦੀ ਹੈ। ਤਾਂ ਕਰਕੇ ਹੁੰਦਾ ਹੁਣ ਆਪਾਂ ਇਹਨਾਂ ਹੀ ਪੜਾਂਗੇ ਕਿ because the enzyme molecules are fewer than the substrate molecules. After saturation of these molecules, there are no free enzyme molecules to bind with the additional substrate molecules. एक point है कि आएगा कि एक given ratio ਚ ਆ ਜਾਣਗੇ enzyme ਦੇ molecules ਤੇ substrate ਦੇ molecules ਕਿ ਸਾਰੇ ਇੱਕ ਦੂਜੇ ਨਾਲ bind ਹੋਣਗੇ ਕਿ suppose ਅਗਰ ਇੱਕ enzyme ਚ ਦੋ pocket ਹੈ ਤਾਂ ਦੋ substrate bind ਹੋ ਗਏ, ਅਗਰ ਇੱਕ enzyme ਚ ਇੱਕ pocket ਹੈ ਤਾਂ ਇੱਕ substrate bind ਹੋ ਗਏ। ਇਹ ਇੱਕ ਐਗਜ਼ਾਮਪਲ ਹੈ, ਇਹਨੂੰ ਜ਼ਿਆਦਾ ਡਿਟੇਲ ਚ ਨਹੀਂ ਦੇਖਿਆ ਜਾਏਗਾ। ਤਾਂ ਐਵੇਂ ਬਾਈਂਡ ਹੋ ਗਈ, ਉਸ ਤੋਂ ਬਾਅਦ ਅਗਰ ਇੱਕ ਹੋਰ ਸਬਸਟ੍ਰੇਟ ਆਇਆ ਬਟ ਉਹਦੇ ਕੋਈ ਪਾਕਟ ਹੀ ਨਹੀਂ ਹੈਗੀ ਤਾਂ ਬਾਈਂਡ ਹੀ ਨਹੀਂ ਹੋ ਪਾਏਗਾ। ਤਾਂ ਕਰਕੇ ਮਤਲਬ ਜਿੰਨੇ ਵੀ ਐਂਜ਼ਾਈਮ ਮੋਲੀਕਿਊਲਸ ਆ ਸਾਰੇ ਕੀ ਉਹਨਾਂ ਸਭ ਨਾਲ ਆਲਰੇਡੀ ਸਬਸਟ੍ਰੇਟ ਬਾਈਂਡ ਹੋ, ਸਾਰੇ ਆਲਰੇਡੀ ਪ੍ਰੀਆਕੂਪਾਈਡ ਹੈ। ਤਾਂ ਕਰਕੇ ਅਗਰ ਕੋਈ ਵੀ ਹੋਰ ਸਬਸਟ੍ਰੇਟ ਦੀ ਕੰਸੈਂਟ੍ਰੇਸ਼ਨ ਇਨਕਰੀਜ਼ ਹੋਏ, ਕੋਈ ਵੀ ਐਡੀਸ਼ਨਲ ਸਬਸਟ੍ਰੇਟ ਆਪਾਂ ਪਾਈਏ ਤਾਂ ਡਿਊ ਟੂ ਨਾਨ ਅਵੇਲੇਬਿਲਿਟੀ ਆਫ free enzymatic molecules, the rate of the reaction cannot increase more further. उसके बाद आएगा कि the activity of enzyme is also sensitive to the presence of certain chemicals that bind to the enzyme. ਹੁਣ ਕੁਝ chemicals ਹੈ ਜਿਹਦੇ ਕਰਕੇ enzyme ਦੀ activity ਵੀ affect ਹੁੰਦੀ ਹੈ ਤੇ ਉਹਨਾਂ ਦੇ ਬਾਰੇ ਦੇਖਦੇ ਹਾਂ। ਉਸ ਤੋਂ ਪਹਿਲਾਂ ਕੁਝ ਗ੍ਰਾਫਸ ਦਿੱਤੇ ਨੇ ਡਾਇਗਰਾਮ ਚ ਫਿਗਰ ਦੇ ਅੰਦਰ। ਇਹ ਜਿਹੜਾ ਪਹਿਲਾ ਗ੍ਰਾਫ ਉਹ ਆਪਾਂ ਦੇਖ ਰਹੇ ਕਿ ਇੱਕ pH ਲੈਵਲ ਤੇ enzyme ਦੀ ਐਕਟੀਵਿਟੀ ਮੈਕਸਿਮਮ ਹੈ ਤੇ ਇਹ pH ਨੂੰ ਕੀ ਬੋਲਾਂਗੇ ਆਪਾਂ, optimum pH। optimum pH ਤੇ ਸੇਮ ਟੈਂਪਰੇਚਰ ਨਾਲ ਕਿ ਇੱਕ ਟੈਂਪਰੇਚਰ ਦੀ ਇੱਕ ਟੈਂਪਰੇਚਰ ਤੇ ਉਹਦੀ ਮੈਕਸਿਮਮ ਹੈ ਐਕਟੀਵਿਟੀ ਤਾਂ ਉਹਨੂੰ ਬੋਲਾਂਗੇ optimum temperature। ਹੁਣ ਆਏਗਾ ਸਬਸਟ੍ਰੇਟ ਦੀ ਕੰਸੈਂਟ੍ਰੇਸ਼ਨ Km ਹੁੰਦੀ ਹੈ ਉਹ ਵਾਲੀ ਸਬਸਟ੍ਰੇਟ ਦੀ ਕੰਸੈਂਟ੍ਰੇਸ਼ਨ ਜਿਹਤੇ velocity of reaction half of maximum ਹੁੰਦੀ ਹੈ। half of maximum ਜਿਹਤੇ Vmax 2 ਹੈਗਾ velocity of reaction, ਉੱਥੇ enzyme ਦੀ ਕੰਸੈਂਟ੍ਰੇਸ਼ਨ Km ਬੋਲਦੇ ਨੇ ਜਿਹਨੂੰ ਇੱਕ ਮਾਈਕਲਿਸ ਕਾਂਸਟੈਂਟ ਵੀ ਬੋਲਦੇ ਨੇ। ਠੀਕ ਹੈ, ਇੱਕ ਵਾਰ ਇਹ ਧਿਆਨ ਨਾਲ ਪੜ੍ਹ ਲੈਣਾ ਹੈ, ਕੈਮਿਸਟਰੀ ਦੇ ਅੰਦਰ ਬਹੁਤ ਡਿਟੇਲ ਚ ਦਿੱਤਾ ਹੋਇਆ ਤਾਂ ਉੱਥੇ ਕੈਮੀਕਲ ਕਾਈਨੈਟਿਕਸ ਦੇ ਅੰਦਰ। ਉਸ ਤੋਂ ਬਾਅਦ ਫਿਰ ਸਬਸਟ੍ਰੇਟ ਦੀ ਕੰਸੈਂਟ੍ਰੇਸ਼ਨ ਹੁਣ ਆਪਾਂ ਇਸ ਤਰਫ ਇਨਕਰੀਜ਼ ਕਰ ਰਹੇ ਹਾਂ ਤਾਂ ਹੌਲੀ ਹੌਲੀ ਉਹਦੀ ਵੈਲੋਸਿਟੀ ਇਨਕਰੀਜ਼ ਹੋ ਰਹੀ ਹੈ ਬਟ ਇੱਕ ਪੁਆਇੰਟ ਤੇ ਜਾ ਕੇ ਉਹ ਇੱਕ ਸੈਚੂਰੇਸ਼ਨ ਲੈਵਲ ਤੇ ਆ ਜਾਏਗੀ ਕਿ ਫਰਦਰ ਇਨਕਰੀਜ਼ ਨਹੀਂ ਹੋ ਸਕਦੀ ਉਹਦੀ ਵੈਲੋਸਿਟੀ ਤਾਂ ਉਹਨੂੰ ਬੋਲਾਂਗੇ Vmax ਆ ਗਿਆ, ਵੈਲੋਸਿਟੀ ਮੈਕਸਿਮਮ ਹੋ ਗਈ ਹੈ। ਤੇ ਇਸ ਤੋਂ ਬਾਅਦ ਅਗਰ ਆਪਾਂ ਸਬਸਟ੍ਰੇਟ ਕੰਸੈਂਟ੍ਰੇਸ਼ਨ ਹੋਰ ਵੀ ਇਨਕਰੀਜ਼ ਕਰਾਂਗੇ ਬਟ ਵੈਲੋਸਿਟੀ ਮਤਲਬ ਰੇਟ ਆਫ ਰਿਐਕਸ਼ਨ ਸੇਮ ਹੀ ਰਹੇਗਾ। No free bind। ਉਸ ਤੋਂ ਬਾਅਦ ਆ ਜਾਏਗੀ when the binding of the chemical shuts off the enzymatic activity, the process is called inhibition and the chemical is called inhibitor। अगर कोई chemical ने enzymatic activity बंद करती, shuts off the enzymatic activity, तो उन्हें inhibitor बोला जाएगा। When the inhibitor closely resembles the substrate in its molecular structure and inhibits the activity of the enzyme, it is known as competitive inhibitor। competitive inhibitor ਦਾ ਕੀ ਮਤਲਬ ਹੈ ਕਿ ਜਿਹੜਾ ਇਨਹਿਬਿਟਰ ਹੈ, ਇਨਹਿਬਿਟਰ ਮਤਲਬ ਜਿਹੜਾ ਐਂਜ਼ਾਈਮੈਟਿਕ ਐਕਟੀਵਿਟੀ ਨੂੰ ਬੰਦ ਕਰ ਰਿਹਾ ਉਹਦਾ ਸਟਰਕਚਰ ਤੇ ਐਂਜ਼ਾਈਮ ਦਾ ਸਟਰਕਚਰ ਆਲਮੋਸਟ ਸਿਮਿਲਰ ਹੋਣ ਤਾਂ ਕਰਕੇ ਕੰਪੀਟੀਟਿਵ ਇਨਹਿਬਿਟਰ ਹੋਏਗਾ। ਇਹਨੂੰ ਕੰਪੀਟੀਟਿਵ ਕਿਉਂ ਬੋਲਿਆ ਗਿਆ ਕਿ ਸਪੋਜ਼ ਇਹ ਇੱਕ ਐਂਜ਼ਾਈਮ ਹੈ ਤੇ ਦੂਜਾ ਇਹ ਇੱਕ ਐਂਜ਼ਾਈਮ ਹੈ, ਠੀਕ ਹੈ, ਤੇ ਹੁਣ ਇਹਨਾਂ ਦੀ ਐਕਟਿਵ ਪਾਕਟ ਦੀ ਸਟਰਕਚਰ ਤੇ ਥੋੜਾ ਓਵਰਆਲ ਸਟਰਕਚਰ ਸਿਮਿਲਰ ਬੋਲ ਸਕਦੇ ਹਾਂ ਤੇ ਇਹ ਸਬਸਟ੍ਰੇਟ ਹੈ। ਹੁਣ ਸਬਸਟ੍ਰੇਟ ਤਾਂ ਦੋਨੋਂ ਨਾਲ ਬਾਈਂਡ ਕਰੇਗਾ, ਇਹਦੇ ਨਾਲ ਵੀ ਬਾਈਂਡ ਕਰ ਸਕਦੀ ਹੈ, ਇਹਦੇ ਨਾਲ ਵੀ ਬਾਈਂਡ ਕਰ ਸਕਦਾ। ਹੁਣ ਉਸ ਤੋਂ ਬਾਅਦ ਕੀ ਹੋਏਗਾ ਕਿ ਸਪੋਜ਼ ਪਹਿਲਾਂ ਤਾਂ ਅਗਰ ਦੋਨਾਂ ਨਾਲ ਬਾਈਂਡ ਕਰੇਗਾ ਸਬਸਟ੍ਰੇਟ ਜਿੰਨੇ ਵੀ ਹੋਣਗੇ ਬਟ ਹੁਣ ਕੀ ਹੈ ਕਿ ਆਪਾਂ ਨੇ ਇਨਹਿਬਿਟਰ ਦੀ ਕੰਸੈਂਟ੍ਰੇਸ਼ਨ ਇਨਕਰੀਜ਼ ਕਰਤੀ ਤਾਂ ਜ਼ਿਆਦਾ ਫ੍ਰੀ ਅਵੇਲੇਬਲ ਇਨਹਿਬਿਟਰ ਹੋਣਗੇ ਰਾਦਰ ਦੈਨ ਦੀ ਐਂਜ਼ਾਈਮ। ਲੇਬਲ ਕਰ ਦਿੰਦੇ ਇੱਕ ਵਾਰ ਇਨਹਿਬਿਟਰ, ਇਹਦੀ ਕੰਸੈਂਟ੍ਰੇਸ਼ਨ ਇਨਕਰੀਜ਼ ਕਰਦੀ ਤਾਂ ਜ਼ਿਆਦਾ ਸਬਸਟ੍ਰੇਟ ਇਨਹਿਬਿਟਰ ਨਾਲ ਬਾਈਂਡ ਕਰੇਗਾ ਰਾਦਰ ਦੈਨ ਐਂਜ਼ਾਈਮ ਨਾਲ ਤਾਂ ਐਂਜ਼ਾਈਮੈਟਿਕ ਐਕਟੀਵਿਟੀ ਘੱਟ ਹੋ ਜਾਏਗੀ। ਤਾਂ ਇਹ ਉਹ ਐਗਜ਼ਾਮਪਲ ਹੈ ਜਦੋਂ ਆਪਾਂ ਸਬਸਟ੍ਰੇਟ ਦੀ ਕੰਸੈਂਟ੍ਰੇਸ਼ਨ ਨਾਲ
ਰੇਟ ਆਫ ਰਿਐਕਸ਼ਨ ਨੂੰ ਆਲਟਰ ਕਰ ਸਕਦੇ ਆ, ਚੇਂਜ ਕਰ ਸਕਦੇ ਆ। ਅਗਰ ਇਨਹਿਬਿਟਰ ਦੀ ਕੰਸੈਂਟ੍ਰੇਸ਼ਨ ਇੰਕਰੀਜ਼ ਕੀਤੀ ਤਾਂ ਰਿਐਕਸ਼ਨ ਫਾਰਵਰਡ ਡਾਇਰੈਕਸ਼ਨ 'ਚ ਨਹੀਂ ਜਾਏਗੀ, ਬਟ ਅਗਰ ਆਪਾਂ ਨੇ ਐਂਜ਼ਾਈਮ ਦੀ ਕੰਸੈਂਟ੍ਰੇਸ਼ਨ ਹੋਰ ਵੀ ਇੰਕਰੀਜ਼ ਕਰ ਦੀ ਇਨਹਿਬਿਟਰ ਤੋਂ ਜ਼ਿਆਦਾ, ਕਿਉਂਕਿ ਫ੍ਰੀ ਐਂਜ਼ਾਈਮ ਬਹੁਤ ਜ਼ਿਆਦਾ ਅਵੇਲੇਬਲ ਹੈ, ਤਾਂ ਉਹ ਫਿਰ ਤੋਂ ਫਾਰਵਰਡ ਡਾਇਰੈਕਸ਼ਨ 'ਚ ਜਾਏਗਾ ਤੇ Vmax ਅਟੇਨ ਹੋ ਸਕਦਾ ਹੈ। ਤੇ ਇਹਦਾ ਕੁਝ ਗ੍ਰਾਫ ਇਸ ਤਰ੍ਹਾਂ ਆਉਂਦਾ ਕਿ ਜਿਵੇਂ ਆ ਨਾਰਮਲ ਗ੍ਰਾਫ ਹੈ ਕਿ ਉਰੇ ਹਾਫ ਆਫ ਮੈਕਸਿਮਮ ਹੈ ਤੇ ਉਰੇ ਮੈਕਸਿਮਮ ਜਾ ਰਹੀ ਹੈ, ਬਟ ਉਰੇ ਕੀ ਹੋਏਗਾ ਕਿ ਆਪਾਂ ਇਹ ਕਲਰ ਨਾਲ ਬਣਾ ਦਿੰਦੇ ਹਾਂ ਕਿ ਜਦੋਂ ਹਾਫ ਆਫ ਮੈਕਸਿਮਮ ਵੈਲੋਸਿਟੀ ਹੈ ਉਹ ਇੱਕ ਜ਼ਿਆਦਾ ਸਬਸਟ੍ਰੇਟ ਕੰਸੈਂਟ੍ਰੇਸ਼ਨ ਤੇ ਅਚੀਵ ਹੋਏਗੀ, ਕਿ ਹੁਣ ਇਹ ਰਾਦਰ ਦੈਨ ਜਦੋਂ KMA ਸੀਗਾ, ਹੁਣ ਜ਼ਿਆਦਾ ਸਬਸਟ੍ਰੇਟ ਕੰਸੈਂਟ੍ਰੇਸ਼ਨ ਤੇ ਹਾਫ ਆਫ ਮੈਕਸਿਮਮ ਵੈਲੋਸਿਟੀ ਅਚੀਵ ਹੋਏਗੀ। ਇਹ ਹੁੰਦਾ ਕੰਪੀਟੀਟਿਵ ਇਨਹਿਬਿਸ਼ਨ ਸਬਸਟ੍ਰੇਟ ਰੇਟ। ਤੇ ਨਾਨ ਕੰਪੀਟੀਟਿਵ ਚ ਕੀ ਹੁੰਦਾ ਕਿ ਚਾਹੇ ਐਂਜ਼ਾਈਮ ਦੀ ਕੰਸੈਂਟ੍ਰੇਸ਼ਨ ਆਪਾਂ ਵਧਾਈ ਵੀ ਜਾਈਏ, ਬਟ ਉਹ ਮੈਕਸਿਮਮ ਰੇਟ ਕਦੇ ਅਚੀਵ ਹੋਏਗਾ ਹੀ ਨਹੀਂ। ਤਾਂ ਉਹਦਾ ਗ੍ਰਾਫ ਕੁਛ ਐਵੇਂ ਆ ਜਾਏਗਾ ਕਿ ਉਹ ਜਿਵੇਂ ਆਪਾਂ ਇੱਕ ਨਾਨ ਇਨਹਿਬਿਟਰ ਚ ਕੀ ਆਏਗਾ ਕਿ ਇਹ ਨਾਰਮਲ ਹੈ, ਹੁਣ ਇਹ ਤੇ ਹਾਫ ਤੇ ਆ Vmax ਆ ਗਿਆ, ਠੀਕ ਹੈ। ਹੁਣ ਉਹ ਕੀ ਹੋਏਗਾ ਕਿ ਉਹ ਕਦੇ ਅਟੇਨ ਹੀ ਨਹੀਂ ਕਰੇਗਾ Vmax, ਉਹਦੇ Vmax ਹੀ ਘੱਟ ਹੋ ਜਾਏਗਾ। ਤੇ ਅਗਰ Vmax ਘੱਟ ਹੋ ਗਿਆ ਤੇ Vmax/2 ਆਬਵੀਅਸਲੀ ਉਹ ਵੀ ਘੱਟ ਹੋ ਜਾਏਗਾ ਤੇ Km ਵੀ ਚੇਂਜ ਹੋ ਜਾਏਗਾ। ਹੁਣ ਇਹ ਨਾ ਸੋਚੋ ਕਿ Km ਘੱਟ ਹੀ ਹੁੰਦਾ ਹੈ, ਇਹ ਕੁਛ ਐਵੇਂ ਵੀ ਬਣ ਸਕਦਾ ਹੈ, ਤੇ ਕਰਕੇ ਬਹੁਤ ਸਾਰੀ ਵੇਰੀਏਸ਼ਨ ਬਣ ਸਕती ਹੈ। ਉਸ ਤੋਂ ਬਾਅਦ ਆ ਜਾਏਗਾ ਕਿ ਅੱਗੇ बढ़ते हुए कि एंजाइम closely resembles the substrate. Inhibitor closely resembles the substrate in its molecular structure and inhibits the activity of the enzyme. ਆਪਾਂ ਨੇ ਥੋੜਾ ਜਿਹਾ ਅਲੱਗ ਪੜਿਆ ਕਿ ਇਹਨੇ ਬੋਲੇ ਕਿ ਇਨਹਿਬਿਟਰ ਦਾ ਸਟਰਕਚਰ ਸਬਸਟ੍ਰੇਟ ਦੇ ਨਾਲ ਸਿਮਿਲਰ ਹੋਏਗਾ ਤੇ ਇਨਹਿਬਿਟਰ ਜਾ ਕੇ ਐਂਜ਼ਾਈਮ ਨਾਲ ਬਾਈਂਡ ਕਰ ਜਾਏਗਾ, ਠੀਕ ਹੈ। ਤੇ ਉਹ ਸਬਸਟ੍ਰੇਟ ਦੀ ਜਗ੍ਹਾ ਇਨਹਿਬਿਟਰ ਖੁਦ ਬਾਈਂਡ ਕਰ ਜਾਏਗਾ ਤੇ ਸਬਸਟ੍ਰੇਟ ਲਈ ਕੋਈ ਫ੍ਰੀ ਪੌਕੇਟਸ ਅਵੇਲੇਬਲ ਨਹੀਂ ਹੋਣਗੀਆਂ, ਤੇ ਇਸ ਕਰਕੇ ਉਹਦਾ ਰੇਟ ਰਿਐਕਸ਼ਨ ਦਾ ਘੱਟ ਹੋ ਜਾਏਗਾ, ਠੀਕ ਹੈ। ਇਹਦੇ ਐਗਜ਼ਾਮਪਲ ਕੁਝ ਹੋਰ ਹੁੰਦੇ ਨੇ ਤੇ ਇਹਦੇ ਐਗਜ਼ਾਮਪਲ ਕੁਝ ਹੋਰ ਹੁੰਦੇ ਨੇ, ਇਹਦਾ ਨਾਮ ਮੈਨੂੰ ਹਜੇ ਧਿਆਨ ਨਹੀਂ ਆ ਰਿਹਾ, ਬਟ ਇਹ ਵੀ ਪ੍ਰੈਜ਼ੈਂਟ ਹੁੰਦਾ। ਤੇ ਇਹਦੇ ਅੰਦਰ ਕੀ ਹੋਏਗਾ ਕਿ ਆਹ ਐਂਜ਼ਾਈਮ ਹੈ ਤੇ ਇੱਕ ਸਬਸਟ੍ਰੇਟ, ਇਹ ਸਬਸਟ੍ਰੇਟ ਹੈ ਤੇ ਇਨਹਿਬਿਟਰ ਹਲਕਾ ਜਿਹਾ ਐਵੇਂ ਥੋੜਾ ਆਲਮੋਸਟ ਸਿਮਿਲਰ ਹੈ, ਤੇ ਇਹ ਜਾ ਕੇ ਵੀ ਬਾਈਂਡ ਕਰ ਸਕਦੇ, ਇਹ ਜਾ ਕੇ ਵੀ ਬਾਈਂਡ ਕਰ ਸਕਦੇ, ਤੇ ਗ੍ਰਾਫ ਵੀ ਐਵੇਂ ਸੇਮ ਜਿਹਾ ਰਹੇਗਾ ਕਿ ਜਿਹੜਾ Km ਹੈ ਉਹ ਇੱਕ ਇਨਕਰੀਜ਼ਡ ਵੱਧ ਜਾਏਗਾ, ਬਟ Vmax ਸੇਮ ਅਚੀਵ ਹੋ ਸਕਦਾ ਹੈ, ਐਵੇਂ ਰਹਿੰਦਾ। ਫਿਰ ਉਸ ਤੋਂ ਬਾਅਦ ਆਏਗਾ ਕਿ ਡਿਊ ਟੂ ਇਟਸ ਕਲੋਜ਼ ਸਟਰਕਚਰਲ ਸਿਮਿਲੈਰਿਟੀ ਵਿਦ ਦ ਸਬਸਟ੍ਰੇਟ ਦ ਇਨਹਿਬਿਟਰ ਕੰਪੀਟਸ with the substrate for the substrate binding of the enzyme। ਤਾਂ ਇਹ ਕਲੋਜ਼ ਸਟਰਕਚਰਲ ਸਿਮਿਲੈਰਿਟੀ ਰਹਿੰਦੀ ਹੈ ਸਬਸਟ੍ਰੇਟ ਨਾਲ, ਤੇ ਜਿਹੜਾ ਇਨਹਿਬਿਟਰ ਹੈ ਉਹ ਜਾ ਕੇ ਸਬਸਟ੍ਰੇਟ ਨਾਲ ਐਂਜ਼ਾਈਮ ਨਾਲ ਬਾਈਂਡ ਕਰ ਜਾਏਗਾ, ਬਾਈਂਡਿੰਗ ਆਫ ਦੀ ਐਂਜ਼ਾਈਮ। तो ਉਹਦੇ ਕਰਕੇ consequently the substrate cannot bind and as a result the enzyme action declines। enzyme action decline ਕਰ ਜਾਏਗਾ ਜਿਵੇਂ ਕਿ ਦੱਸਿਆ ਸੀਗਾ। ਉਸ ਤੋਂ ਬਾਅਦ ਦੀ ਇਨਹਿਬਿਸ਼ਨ ਆਫ ਦੀ ਹੁਣ ਐਗਜ਼ਾਮਪਲ ਦਿੱਤੀ ਗਈ ਹੈ ਕਿ ਕੀ ਹੁੰਦਾ ਹੈ ਕਿ ਇਨਹਿਬਿਸ਼ਨ ਆਫ ਦੀ succinic dehydrogenase by malonate which closely resembles the substrate succinate। substrate की है succinate। such competitive inhibitors are often used in the control of bacterial pathogens कि bacterial pathogens के अंदर ये commonly use होते हैं। ਹੁਣ classification and nomenclature of enzymes आ जाते हैं इस तो बाद, बट ਇਹਦੇ ਅੰਦਰ ਹੁਣ ਆਪਾਂ ਕੁਝ ਡਿਟੇਲਸ ਪੜਨਾ ਚਾਹਾਂਗੇ ਕਿ ਕਿਹੜੇ ਟਾਈਪਸ ਦੀ ਇਨਹਿਬਿਸ਼ਨ ਹੁੰਦੀਆਂ ਨੇ, ਠੀਕ ਹੈ। ਹੁਣ ਜਿਹੜੇ ਬੈਕਟੀਰੀਅਲ ਪੈਥੋਜਨਸ ਦੇ ਅੰਦਰ ਕੰਪੀਟੀਟਿਵ ਇਨਹਿਬਿਟਰ ਮਤਲਬ ਇਨਹਿਬਿਟਰਸ ਯੂਜ਼ ਹੁੰਦੇ ਨੇ, ਉਹ ਕੀ ਹੁੰਦੀਆਂ ਨੇ ਸਲਫਾ ਡਰੱਗਸ, ਉਹਦੇ ਸਲਫਾ ਡਰੱਗਸ ਯੂਜ਼ ਹੁੰਦੀਆਂ ਨੇ। ਹੁਣ ਆਪਾਂ ਨੇ ਇੱਕ ਤਾਂ ਸਭ ਤੋਂ ਪਹਿਲਾਂ ਕੰਪੀਟੀਟਿਵ ਇਨਹਿਬਿਸ਼ਨ ਪੜਿਆ, ਹੁਣ ਆਪਾਂ ਦੂਜੇ ਨੰਬਰ ਤੇ ਪੜਾਂਗੇ ਨਾਨ ਕੰਪੀਟੀਟਿਵ ਇਨਹਿਬਿਸ਼ਨ, ਠੀਕ ਹੈ। ਨਾਨ ਕੰਪੀਟੀਟਿਵ ਇਨਹਿਬਿਸ਼ਨ ਚ ਕੀ ਹੁੰਦਾ, ਨਾਨ ਕੰਪੀਟੀਟਿਵ ਇਨਹਿਬਿਸ਼ਨ
ਇਹਦੇ ਅੰਦਰ ਜਿਵੇਂ ਇਹ ਗ੍ਰਾਫ 'ਚ ਦੱਸਿਆ ਗਿਆ, ਦਿਸ ਇਜ਼ ਨਾਨ ਕੰਪੀਟੀਟਿਵ। ਇਹਦੇ ਅੰਦਰ ਕੀ ਹੋਏਗਾ, ਜਿਹੜਾ ਵੀ ਮੈਕਸ ਹੈ ਉਹ ਡਿਕਰੀਜ਼ ਕਰ ਜਾਏਗਾ, ਕਿ ਰਿਐਕਸ਼ਨ ਕਦੇ ਵੀ ਮੈਕਸ ਅਟੇਨ ਹੀ ਨਹੀਂ ਕਰ ਪਾਏਗੀ। ਇਹਦੇ ਅੰਦਰ ਜਿਹੜਾ ਇਨਹਿਬਿਟਰ ਹੁੰਦਾ ਉਹਦੀ ਸਟਰਕਚਰਲ ਸਿਮਿਲੈਰਿਟੀ ਨਹੀਂ ਹੁੰਦੀ ਹੈ ਸਬਸਟ੍ਰੇਟ ਨਾਲ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸਬਸਟ੍ਰੇਟ ਬਾਈਂਡਿੰਗ ਸਾਈਟ ਤੇ ਵੀ ਨਹੀਂ ਬਾਈਂਡ ਕਰਦਾ, ਉਹ ਇੱਕ ਦੂਜੀ ਸਾਈਟਸ ਤੇ ਬਾਈਂਡ ਕਰਦਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸਬਸਟ੍ਰੇਟ ਬਾਈਂਡਿੰਗ ਵੀ ਹੁੰਦੀ ਹੈ एंजाइम ਨਾਲ, बट कोई प्रोडक्ट नहीं बनता ਇਹਦੇ ਅੰਦਰ, ठीक है। सबस्ट्रेट बाइंडिंग टेक्स प्लेस। बाइंडिंग होएगी बट नो प्रोडक्ट फॉर्म, नो प्रोडक्ट, कैपिटल पी फॉर प्रोडक्ट। उस तो बाद की एग्जाम्पल की होएगी, ਇਹਦੀ एग्जाम्पल आ गई साइनाइड इनहिबिट साइटोक्रोम ऑक्सीडेज। ठीक है, इस तो बाद तीजी तरह की इनहिबिशन की पढ़ांगे आप, एलोस्टेरिक इनहिबिशन। ये ध्यान रखना हो रहा है कि कॉम्पिटेटिव च अपन की पढ़िया कि इनहिबिटर ते सबस्ट्रेट दी सिमिलैरिटी हुंदी है, इनहिबिटर ते एंजाइम दी नहीं, ठीक है। कि उस करके एंजाइम ले बोथ इनहिबिटर एंड सबस्ट्रेट कंपीट, ते अगर आप इनहिबिटर दी कंसंट्रेशन इंक्रीज करांगे तो रेट ऑफ रिएक्शन घट हो जाएगा, बट अगर आप सबस्ट्रेट दी कंसंट्रेशन कॉन्स्टेंटली इंक्रीज करते जावांगे तो एक पॉइंट आएगा जब इनहिबिटर दी कंसंट्रेशन तो ज्यादा हो जाएगा, तो जेह्ड़ा रिएक्शन है ओदा रेट इंक्रीज हो जाएगा, तो फॉरवर्ड डायरेक्शन ज्यादा जानी शुरू हो जाएगी। तो एक पॉइंट आएगा जो वी मैक्स बाय 2 भी अचीव कर जाएगी तो वी मैक्स भी अचीव कर जाएगी, ठीक है। तो उन्होंने बोलेंगे कॉम्पिटेटिव, जिवें कि ए ग्राफ अपन देखिए। उस तो बाद आएगा एलोस्टेरिक मॉड्यूलेशन या फिर फीडबैक इनहिबिशन। तीजा की हुंदा है एलोस्टेरिक मॉड्यूलेशन या फिर फीडबैक इनहिबिशन, ठीक है। ਇਹਦੇ ਅੰਦਰ ਕੀ ਹੁੰਦਾ ਕਿ ਜਿਹੜਾ ਇਨਹਿਬਿਸ਼ਨ ਹੁੰਦਾ, ਇਟ ਇਜ਼ ਕਾਜ਼ਡ ਬਾਈ ਦੀ ਐਂਡ ਪ੍ਰੋਡਕਟ ਆਫ ਦੀ ਐਂਜ਼ਾਈਮ ਕੈਟਾਲਾਈਜ਼ਡ ਇਨ ਦੀ ਐਂਡ ਪ੍ਰੋਡਕਟ ਆਫ ਦੀ ਐਂਜ਼ਾਈਮ ਕੈਟਾਲਾਈਜ਼ਡ ਰਿਐਕਸ਼ਨ। ਤੇ ਇਹਦੇ ਅੰਦਰ ਫॉर ਐਗਜ਼ਾਮਪਲ ਜਿਵੇਂ ਗਲੂਕੋਜ਼ ਆਪਾਂ ਦੇਖਦੇ ਹਾਂ, ਜਦੋਂ ਗਲੂਕੋਜ਼ 6 ਫਾਸਫੇਟ ਦੇ ਅੰਦਰ ਚੇਂਜ ਹੁੰਦਾ, ਇੱਕ ਮਿੰਟ ਮੈਂ ਲਿਖ ਦਿੰਦੀ ਹਾਂ ਕਿ the reaction is inhibited by inhibition reaction is inhibited by the end product of the reaction, ठीक है। ਇਹਦੇ ਅੰਦਰ एग्जांपल की आ जाएगी, ਜਦੋਂ ग्लूकोज है घट पेगी, ग्लूकोज 6 फॉस्फेट ਦੇ ਅੰਦਰ ਚੇਂਜ ਹੁੰਦਾ, ਉਹਦੇ ਐਂਜ਼ਾਈਮ ਕਿਹੜਾ ਐਕਟ ਕਰਦਾ, ਹੈਗਜ਼ੋਕਾਈਨੇਜ਼। ਇਹ ਰਿਐਕਸ਼ਨ ਕਿਹਦੇ ਕਿਹੜੇ ਪ੍ਰੋਸੈਸ ਦੀ ਪਾਰਟ ਹੈ, ਇਹ ਰਿਐਕਸ਼ਨ ਗਲਾਈਕੋਲਿਸਿਸ ਮੈਟਾਬੋਲਿਕ ਪਾਥਵੇ ਦਾ ਪਾਰਟ ਹੈ, ਜਦੋਂ ਗਲੂਕੋਜ਼ ਦਾ ਬ੍ਰੇਕਡਾਊਨ ਹੁੰਦਾ ਫॉर ਯੀਲਡਿੰਗ ਆਫ એનર્ਜੀ, ਜਦ ਆਪਾਂ ਰੈਸਪੀਰੇਸ਼ਨ ਦੇ ਅੰਦਰ ਪੜ੍ਹਦੇ ਹਾਂ। ਤਾਂ ਉਸ ਤੋਂ ਬਾਅਦ ਜਿਹੜਾ G6PD ਬਣ ਗਿਆ ਗਲੂਕੋਜ਼ 6 ਫਾਸਫੇਟ, ਉਹ ਖੁਦ ਹੀ ਜਦੋਂ ਇਹਦੀ ਕੰਸੈਂਟ੍ਰੇਸ਼ਨ ਇੰਕਰੀਜ਼ ਹੋ ਜਾਏਗੀ ਤਾਂ ਆਟੋਮੈਟਿਕਲੀ ਆਕੇ ਹੈਗਜ਼ੋਕਾਈਨੇਜ਼ ਨੂੰ ਇਨਹਿਬਿਟ ਕਰੇਗਾ। ਤਾਂ ਇਹ ਹੋ ਗਿਆ ਐਲੋਸਟੈਰਿਕ ਮੋਡੂਲੇਸ਼ਨ ਜਾਂ ਫਿਰ ਫੀਡਬੈਕ ਇਨਹਿਬਿਸ਼ਨ। ਫੀਡਬੈਕ ਇਨਹਿਬਿਸ਼ਨ ਆਪਾਂ ਨੇ ਹਾਰਮੋਨਸ ਦੇ ਕੇਸ ਵੀ ਪੜਿਆ ਹੋਏਗਾ ਕਿ ਜਦੋਂ ਸਪੋਜ਼ T3 ਤੇ T4 ਦੀ ਬਲੱਡ ਕੰਸੈਂਟ੍ਰੇਸ਼ਨ ਇੰਕਰੀਜ਼ ਹੋ ਜਾਏਗੀ ਤਾਂ ਪਿਟਿਊਟਰੀ ਤੇ ਜਾ ਕੇ TSH ਲਈ ਨੈਗੇਟਿਵ ਫੀਡਬੈਕ ਦਿੰਦੇ ਨੇ, ठीक है। ਇਹਦੇ ਸਿਮਿਲਰ ਇੱਕ ਹੋਰ ਟਰਮ ਕੀ ਆਏਗੀ, ਆਟੋ ਕੈਟਾਲਿਸਿਸ। ਉਹ ਆਟੋ ਕੈਟਾਲਿਸਿਸ ਕੀ ਹੁੰਦਾ ਕਿ ਜਦੋਂ end product of the catalyzed reaction increases gives a positive feedback and increases the rate of reaction। ਇਹਦੀ एग्जांपल ਕੀ ਆਏਗੀ, ਜਦੋਂ ਟ੍ਰਿਪਸਿਨ ਦੇ ਅੰਦਰ ਚੇਂਜ ਹੋਏਗਾ
ਤੇ ਆਟੋਮੈਟਿਕਲੀ ਇਹ ਰਿਐਕਸ਼ਨ ਨੂੰ ਆਟੋ ਕੈਟਾਲਾਈਜ਼ ਕਰੇਗਾ। ਪਹਿਲਾਂ ਤਾਂ ਆਪਾਂ ਨੂੰ ਟ੍ਰਿਪਸਿਨ ਨੂੰ ਟ੍ਰਿਪਸਿਨ ਦੇ ਅੰਦਰ ਚੇਂਜ ਕਰਨ ਲਈ, ਉਹਨੂੰ ਐਕਟਿਵ ਐਂਜ਼ਾਈਮ ਬਣਾਉਣ ਲਈ ਆਪਾਂ ਨੂੰ ਹੋਰ ਕੋਈ ਐਂਜ਼ਾਈਮ ਚਾਹੀਦਾ ਹੁੰਦਾ। ਬਟ ਜਦੋਂ ਟ੍ਰਿਪਸਿਨ ਬਣ ਗਿਆ ਇੱਕ ਵਾਰ ਤਾਂ ਉਹਦਾ ਆਟੋ ਕੈਟਾਲਿਸਿਸ ਹੋਏਗਾ, ਉਹ ਖੁਦ ਇਹ ਰਿਐਕਸ਼ਨ ਨੂੰ ਇੱਕ ਪੋਜ਼ਿਟਿਵ ਡਾਇਰੈਕਸ਼ਨ ਦੇ ਅੰਦਰ ਲੈ ਕੇ ਜਾਏਗਾ ਤਾਂ ਉਹਦਾ ਰੇਟ ਇੰਕਰੀਜ਼ ਕਰੇਗਾ। ਉਸ ਤੋਂ ਬਾਅਦ ਉਹਨੂੰ ਨਹੀਂ ਚਾਹੀਦਾ ਹੁੰਦਾ ਕੋਈ ਹੋਰ ਕੈਟਾਲਿਸਟ। ਹੁਣ ਇਹ ਫੀਡਬੈਕ ਇਨਹਿਬਿਸ਼ਨ ਦੇ ਇੱਕ ਹੋਰ ਐਗਜ਼ਾਮਪਲ ਕੀ ਹੈ, ਜਦੋਂ ਥ੍ਰੀਓਨਿਨ ਆਈਸੋਲਿਊਸਿਨ ਦੇ ਅੰਦਰ ਚੇਂਜ ਹੁੰਦਾ ਹੈ। ਇਹ ਥ੍ਰੀਓਨਿਨ ਤੇ ਆਈਸੋਲਿਊਸਿਨ ਕੀ ਅਮੀਨੋ ਐਸਿਡਸ, ਉਹਦੇ ਅੰਦਰ ਥ੍ਰੀਓਨਿਨ ਡੀਐਮਿਨੇਜ਼ ਐਂਜ਼ਾਈਮ ਯੂਜ਼ ਹੁੰਦਾ ਹੈ ਤੇ ਜਦੋਂ ਆਈਸੋਲਿਊਸਿਨ ਦੀ ਕਨਸੈਂਟ੍ਰੇਸ਼ਨ ਇਨਕਰੀਜ਼ ਹੋ ਜਾਂਦੀ ਹੈ ਉਹ ਥ੍ਰੀਓਨਿਨ ਡੀਐਮਿਨੇਜ਼ ਨੂੰ ਇਨਹਿਬਿਟ ਕਰਦਾ। ਠੀਕ ਹੈ, ਇਹ ਆਪਾਂ ਨੇ ਪੜ੍ਹੇ 3 ਟਾਈਪਸ ਦੇ ਐਂਜ਼ਾਈਮ ਇਨਹਿਬਿਸ਼ਨਸ। ਉਸ ਤੋਂ ਬਾਅਦ ਆਉਂਦਾ ਕਲਾਸੀਫਿਕੇਸ਼ਨ ਐਂਡ ਨੋਮਨਕਲੇਚਰ ਆਫ ਐਂਜ਼ਾਈਮਸ। ਇਹਦੇ ਅੰਦਰ ਕੀ ਹੈ ਕਿ ਜਿਹੜੇ ਐਂਜ਼ਾਈਮਸ ਹੈ, ਹੁਣ ਬਹੁਤ ਸਾਰੇ ਐਂਜ਼ਾਈਮਸ ਹੈ ਜਿਹੜੇ ਡਿਸਕਵਰ ਹੋ ਚੁੱਕੇ ਨੇ, ਥਾਊਜ਼ੈਂਡਸ ਆਫ ਐਂਜ਼ਾਈਮਸ, ਤੇ ਉਹਨਾਂ ਨੂੰ ਆਈਸੋਲੇਟ ਕੀਤਾ ਗਿਆ, ਸਟੱਡੀ ਕੀਤਾ ਗਿਆ। ਹੁਣ ਸੇਮ ਜਿਵੇਂ ਆਪਾਂ ਨੋਮਨਕਲੇਚਰ ਆਫ ਪਲਾਂਟਸ ਤੇ ਐਨੀਮਲਸ ਪੜ੍ਹਦੇ ਹਾਂ ਕਿ ਥਾਊਜ਼ੈਂਡਸ ਐਂਡ ਮਿਲੀਅਨਸ ਆਫ ਪਲਾਂਟਸ ਤੇ ਐਨੀਮਲਸ ਹੈ, ਤੇ ਸੇਮ ਦਾ ਨਾਮ ਅਗਰ ਡਿਫਰੈਂਟ ਰੱਖ ਦਿੱਤਾ ਜਾਵੇ ਜਾਂ ਡਿਫਰੈਂਟ ਐਂਜ਼ਾਈਮਸ ਦਾ ਨਾਮ ਸੇਮ ਰੱਖ ਦਿੱਤਾ ਜਾਵੇ ਜਾਂ ਸੇਮ ਦੇ ਨਾਮ ਕੁਝ ਹੋਰ ਐਵੇਂ ਰੱਖੇ ਜਾਣ ਤੇ ਬਹੁਤ ਹੀ ਕਿਓਸ ਕ੍ਰੀਏਟ ਹੋ ਸਕਦੇ ਤੇ ਕੁਝ ਚੀਜ਼ ਸਮਝ ਨਹੀਂ ਆ ਸਕਦੀ। ਇਸ ਕਰਕੇ ਐਂਜ਼ਾਈਮਸ ਦਾ ਵੀ ਕਲਾਸੀਫਿਕੇਸ਼ਨ ਤੇ ਨੋਮਨਕਲੇਚਰ ਕੀਤਾ ਗਿਆ, ਜਿਹਦੇ ਕਰਕੇ ਉਹਨਾਂ ਦੀ ਈਜ਼ੀ ਆਪਾਂ ਅੰਡਰਸਟੈਂਡਿੰਗ ਰੱਖ ਪਾਈਏ ਤੇ ਉਹਨਾਂ ਦੀ ਅੱਛੀ ਤਰ੍ਹਾਂ ਕਲਾਸੀਫਾਈ ਕਰਕੇ ਉਹਨਾਂ ਦੀ ਹੋਰ ਡਿਟੇਲਸ ਪ੍ਰੋਪਰਟੀ ਦੇ ਬਾਰੇ ਡਿਸਕਸ ਕਰ ਸਕੀਏ, ਪੜ੍ਹ ਸਕੀਏ ਤੇ ਉਹਨਾਂ ਦਾ ਉਹ ਕਿਵੇਂ ਐਂਜ਼ਾਈਮ ਰਿਐਕਸ਼ਨਸ ਨੂੰ ਅਫੈਕਟ ਕਰਦੇ ਨੇ, ਉਹਨਾਂ ਨੂੰ ਕਿਹੜੇ ਕੈਮੀਕਲਸ ਜਾਂ ਫਿਰ ਫਿਜ਼ੀਕਲ ਫੈਕਟਰਸ ਜਿਵੇਂ ਟੈਂਪਰੇਚਰ, ਪੀਐਚ ਅਫੈਕਟ ਕਰਦੇ ਨੇ ਐਂਡ ਸੋ ਔਨ। ਤੇ ਇਸ ਕਰਕੇ ਕਿ most of these enzymes have been classified into different groups based on their type of reaction they catalyze. ठीक है, enzymes can be divided into 6 classes. उसके बाद each with 14 to 13 subclasses and named accordingly by a 4-digit number. कितने digit होंगे ना? 4 digit. ਹੁਣ ਇਸ ਤੋਂ ਪਹਿਲਾਂ ਮੈਂ ਆਪਾਂ ਡਿਟੇਲਸ ਜਾਈਏ ਕਲਾਸਿਸ ਦੇ ਅੰਦਰ ਕੁਝ ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਐਂਜ਼ਾਈਮ ਹੁੰਦਾ ਨਾ ਉਹਦਾ ਨੰਬਰਿੰਗ ਹੀ ਹੁੰਦੀ ਹੈ, ਈਸੀ ਕੋਡ ਨੰਬਰ ਦਿੱਤਾ ਜਾਂਦਾ ਉਹਨਾਂ ਨੂੰ। ਜਿਹੜਾ 4 ਡਿਜਿਟ ਕੋਡ ਦੇ ਬਾਰੇ ਗੱਲ ਕੀਤੀ ਗਈ ਹੈ ਉਹਨੂੰ ਈਸੀ ਕੋਡ ਨੰਬਰ ਬੋਲਿਆ ਜਾਂਦਾ ਤੇ ਇਹਦੀ ਫੁੱਲ ਫਾਰਮ ਕੀ ਹੈ? ਐਂਜ਼ਾਈਮ ਕਮਿਸ਼ਨ ਕੋਡ ਨੰਬਰ। ਠੀਕ ਹੈ, ਹੁਣ ਇਹਦੇ ਅੰਦਰ ਜਿਹੜਾ ਫਰਸਟ ਡਿਜਿਟ ਹੁੰਦਾ, ਫਰਸਟ ਨੰਬਰ ਜਾਂ ਫਿਰ ਫਰਸਟ ਡਿਜਿਟ, ਉਹ ਕੀ ਦੱਸੇਗਾ? ਕਲਾਸ। ਠੀਕ ਹੈ, ਜਿਹੜਾ ਸੈਕਿੰਡ ਹੋਏਗਾ ਉਹ ਦੱਸੇਗਾ ਸਬ ਕਲਾਸ ਤੇ ਜਿਹੜਾ ਥਰਡ ਹੋਏਗਾ ਉਹ ਸਬ ਕਲਾਸ। ਸਬ ਕਲਾਸ। ਜਿਹੜਾ ਫੋਰਥ ਡਿਜਿਟ ਹੋਏਗਾ ਉਹ ਦੱਸੇਗਾ ਸਪੈਸਿਫਿਕ ਨੰਬਰ ਆਫ ਐਂਜ਼ਾਈਮ। ਹੁਣ ਇਹਦਾ ਕੀ ਮਤਲਬ ਹੈ ਸਪੈਸਿਫਿਕ ਨੰਬਰ ਆਫ ਐਂਜ਼ਾਈਮ? ਕਿ ਉਹ ਸਬ ਕਲਾਸ ਦੇ ਅੰਦਰ ਵੀ ਕਿਹੜਾ ਐਂਜ਼ਾਈਮ ਹੈ। ਠੀਕ ਹੈ, ਹੁਣ ਜਿੰਨੇ ਕਿੰਨੀਆਂ ਨੰਬਰ ਆਫ ਕਲਾਸਿਸ ਹੈ? ਟੋਟਲ 6 ਨੰਬਰ ਆਫ ਕਲਾਸਿਸ ਨੇ। ਤਾਂ ਉਹ 'ਚੋਂ ਸਭ ਤੋਂ ਪਹਿਲੀ ਕਲਾਸ ਕਿਹੜੀ ਹੈ? ਆਕਸੀਡੋ ਰਿਡਕਟਿਵ ਜਾਂ ਫਿਰ ਡੀਹਾਈਡਰੋਜੇਨੇਜ਼। ਹੁਣ ਆਪਾਂ ਇਹਨੂੰ ਕੀ ਬੋਲਦੇ ਕਿ ਸਭ ਤੋਂ ਪਹਿਲੀ ਕਲਾਸ ਕਿਉਂ ਹੈ? ਐ ਤਾਂ ਬੋਲ ਸਕਦੇ ਟ੍ਰਾਂਸਫਰੇਜ਼ ਵੀ ਹੈ, ਬਟ ਜਿਸ ਆਰਡਰ 'ਚ ਕਲਾਸਿਸ ਦਿੱਤੀਆਂ ਗਈਆਂ ਨੇ ਉਸੇ ਆਰਡਰ ਦੇ ਅੰਦਰ ਇਹਨਾਂ ਦੇ ਨੰਬਰ ਨੇ, ਤਾਂ ਕਰਕੇ ਆਰਡਰ ਯਾਦ ਕਰਨਾ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਆਏਗਾ ਆਕਸੀਡੋ ਰਿਡਕਟਿਵ ਜਾਂ ਡੀਹਾਈਡਰੋਜੇਨੇਜ਼। ਹੁਣ ਜਿਵੇਂ ਕਿ ਆਪਾਂ ਨਾਮ ਤੋਂ ਦੇਖ ਸਕਦੇ ਹਾਂ ਆਕਸੀਡੋ ਰਿਡਕਟਿਵ ਮਤਲਬ ਕਿ ਇੱਕ ਰਿਡੌਕਸ ਰਿਐਕਸ਼ਨ ਹੈ। ਇਹਦੇ ਅੰਦਰ ਮਤਲਬ ਇੱਕ ਸਬਸਟ੍ਰੇਟ ਆਕਸੀਡਾਈਜ਼ ਹੋਏਗਾ ਤੇ ਦੂਜਾ ਸਬਸਟ੍ਰੇਟ ਰਿਡਿਊਸ ਹੋਏਗਾ। ਤੇ ਡੀਹਾਈਡਰੋਜੇਨੇਜ਼ enzyme which catalyze oxido reductase between two substrates। ਤੇ ਇਹਦੇ ਨਾਲ ਆਪਾਂ ਕੀ ਸਮਝਾਂਗੇ ਹੁਣ ਕਿ ਸਬਸਟ੍ਰੇਟਸ ਵੀ ਦੋ ਹੈ, ਇੱਕ ਰਿਡਿਊਸ ਹੋ ਗਿਆ ਮਤਲਬ ਇੱਕ ਰਿਡਿਊਸ ਤੋਂ ਆਕਸੀਡਾਈਜ਼ ਹੋ ਗਿਆ ਤੇ ਦੂਜਾ ਆਕਸੀਡਾਈਜ਼ ਤੋਂ ਰਿਡਿਊਸ ਹੋ ਗਿਆ। ਹੁਣ ਉਸ ਤੋਂ ਬਾਅਦ ਆ ਜਾਏਗਾ ਕਿ ਇਹਦੀ ਐਗਜ਼ਾਮਪਲ ਕੀ ਹੈ। ਇਹਦੀ ਐਗਜ਼ਾਮਪਲ 'ਚ ਆ ਜਾਏਗਾ ਸਾਈਟੋਕ੍ਰੋਮ ਆਕਸੀਡੇਜ਼। ਐਗਜ਼ਾਮਪਲ ਸਾਈਟੋਕ੍ਰੋਮ ਆਕਸੀਡੇਜ਼। ਹੁਣ ਅੱਗੇ ਆਉਂਦੇ ਟ੍ਰਾਂਸਫਰੇਜ਼ਸ। ਟ੍ਰਾਂਸਫਰੇਜ਼ਸ ਕੀ ਕਰਦੇ ਨੇ? ਟ੍ਰਾਂਸਫਰ। ਹੁਣ ਇਹਦੇ ਮਤਲਬ ਜਿੰਨੇ ਵੀ ਕਲਾਸਿਸ ਆਫ ਐਂਜ਼ਾਈਮਸ ਹੈ ਨਾ ਉਹਦੇ ਨਾਮ ਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਹਮੇਸ਼ਾ ਕਿ ਉਹ ਉਸ ਐਂਜ਼ਾਈਮ ਦਾ ਕੰਮ ਕੀ ਹੈ। ਹੁਣ ਟ੍ਰਾਂਸਫਰੇਜ਼ਸ ਦਾ ਮਤਲਬ ਕਿ ਉਹ ਟ੍ਰਾਂਸਫਰ ਕਰ ਰਿਹਾ ਕਿਸੇ ਗਰੁੱਪ ਨੂੰ ਕਿ ਇੱਕ ਸਬਸਟ੍ਰੇਟ ਤੋਂ ਦੂਜੇ ਸਬਸਟ੍ਰੇਟ ਤੋਂ
ਦੂਜੇ ਸਬਸਟ੍ਰੇਟ ਤੇ ਇੱਕ ਗਰੁੱਪ ਨੂੰ ਟ੍ਰਾਂਸਫਰ ਕਰ ਰਿਹਾ। ਕੀ ਹੈ ਕਿ ਐਂਜ਼ਾਈਮ ਕੈਟਾਲਾਈਜ਼ਿੰਗ ਅ ਟ੍ਰਾਂਸਫਰ ਆਫ ਅ ਗਰੁੱਪ G ਅਦਰ ਦੈਨ ਦੀ ਹਾਈਡਰੋਜਨ। ਹੁਣ ਅਦਰ ਦੈਨ ਹਾਈਡਰੋਜਨ ਕਿਉਂ ਬੋਲਿਆ ਗਿਆ? ਕਿਉਂਕਿ ਅਗਰ ਹਾਈਡਰੋਜਨ ਟ੍ਰਾਂਸਫਰ ਹੋ ਰਿਹਾ ਤਾਂ ਉਹਦਾ ਮਤਲਬ ਉੱਥੇ ਇੱਕ ਆਕਸੀਡੋ ਰਿਡਕਟਸ ਰਿਐਕਸ਼ਨ ਹੈ, ਉਹਦਾ ਰਿਡੌਕਸ ਰਿਐਕਸ਼ਨ ਹੈ। ਕਿਉਂਕਿ ਆਪਾਂ ਨੇ ਕੀ ਪੜ੍ਹਿਆ, ਰਿਡੌਕਸ ਰਿਐਕਸ਼ਨ ਦੇ ਅੰਦਰ ਕੀ ਹੁੰਦਾ ਹੈ? ਇਲੈਕਟ੍ਰੋਨਸ ਦਾ ਟ੍ਰਾਂਸਫਰ ਹੁੰਦਾ ਹੈ, ਹਾਈਡਰੋਜਨ ਦਾ ਟ੍ਰਾਂਸਫਰ ਹੁੰਦਾ ਹੈ। ਉਹਨੂੰ ਹੀ ਤਾਂ ਬੋਲਦੇ ਰਿਡੌਕਸ ਰਿਐਕਸ਼ਨ, ਕਿ ਲਾਸ ਆਫ ਹਾਈਡਰੋਜਨ ਜਾਂ ਫਿਰ ਗੇਨ ਆਫ ਇਲੈਕਟ੍ਰॉन्स ਜਾਂ ਲਾਸ ਆਫ ਇਲੈਕਟ੍ਰॉन्स ਜਾਂ ਲਾਸ ਆਫ ਹਾਈਡਰੋਜਨ, ਅਲੱਗ-ਅਲੱਗ ਵੇਜ਼ ਦੇ ਅੰਦਰ ਉਹਨੂੰ ਡਿਫਾਈਨ ਕਰ ਸਕਦੇ ਹਾਂ। ਬਿਟਵੀਨ ਅ ਪੇਅਰ ਆਫ ਸਬਸਟ੍ਰੇਟਸ, ਹੁਣ ਉਰੇ ਵੀ ਕੀ ਚਾਹੀਦਾ? ਇੱਕ ਪੇਅਰ ਆਫ ਸਬਸਟ੍ਰੇਟ ਚਾਹੀਦਾ। ਇਹਦੇ ਅੰਦਰ ਕੀ ਐਗਜ਼ਾਮਪਲਸ ਹੋਣਗੀਆਂ? ਜਿਵੇਂ ਕਿ ਗਲੂਟਾਮੇਟ ਪਾਇਰੂਵੇਟ ਟ੍ਰਾਂਸਐਮਿਨੇਜ਼, ਫਿਰ ਹੈਕਸੋਕਾਈਨੇਜ਼। ਹੈਕਸੋਕਾਈਨੇਜ਼ ਤਾਂ ਆਪਾਂ ਨੇ ਉੱਤੇ ਵੀ ਪੜਿਆ ਸੀ, ਜਿਹੜਾ ਗਲੂਕੋਜ਼ ਤੇ ਫਾਸਫੇਟ ਗਰੁੱਪ ਟ੍ਰਾਂਸਫਰ ਕਰਦਾ ਹੈ ਗਲਾਈਕੋਲਿਸਿਸ ਦੇ ਅੰਦਰ। ਤੇ ਗਲੂਟਾਮੇਟ ਪਾਇਰੂਵੇਟ ਟ੍ਰਾਂਸਐਮਿਨੇਜ਼ ਕੀ ਹੈ? ਇਹ ਐਂਜ਼ਾਈਮ ਹੁੰਦੇ ਜਦੋਂ ਅਮੀਨੋ ਐਸਿਡਸ ਦੇ ਵਿੱਚ ਕੋਈ ਗਰੁੱਪ ਟ੍ਰਾਂਸਫਰ ਹੋ ਰਿਹਾ, ਤੇ ਮੋਸਟ ਕਾਮਨਲੀ ਫਾਸਫੇਟ ਗਰੁੱਪ ਹੁੰਦਾ ਜਾਂ ਫਿਰ ਕੋਈ ਹੋਰ ਗਰੁੱਪ ਵੀ ਹੋ ਸਕਦਾ। ਫਿਰ ਐਂਜ਼ਾਈਮ ਕੈਟਾਲਾਈਜ਼ਿੰਗ, ਹੁਣ ਇਹਦੀ ਐਗਜ਼ਾਮਪਲ ਕੀ ਸੀ ਟ੍ਰਾਂਸਫਰੇਜ਼ਸ ਦੀਆਂ? ਇੱਕ ਵਾਰ ਲਿਖ ਲੈਂਦੇ ਹਾਂ। ਗਲੂਟਾਮੇਟ ਪਾਇਰੂਵੇਟ ਦੀ ਟ੍ਰਾਂਸਐਮਿਨੇਜ਼, ਸੌਰੀ ਐਮਿਨੇਜ਼ ਤੇ ਅਮੀਨੋ ਗਰੁੱਪ ਟ੍ਰਾਂਸਫਰ ਕਰਦਾ। ਤੇ ਹੈਕਸੋਕਾਈਨੇਜ਼ ਵੀ ਐਗਜ਼ਾਮਪਲ ਹੈ। ਉਸ ਤੋਂ ਬਾਅਦ ਆਉਂਦੇ ਹਾਈਡਰੋਲੇਜ਼ਸ। ਹਾਈਡਰੋਲੇਜ਼ਸ ਮਤਲਬ ਹਾਈਡਰੋ ਮਤਲਬ ਵਾਟਰ, ਤਾਂ ਮਤਲਬ ਵਾਟਰ ਦੇ ਨਾਲ ਇਹਦਾ ਰਿਲੇਸ਼ਨ ਹੈਗਾ। ਤੇ ਅਗਲਾ ਹੈ ਲਾਈਜ਼। ਲਾਈਜ਼ ਮਤਲਬ ਤੋੜਨਾ। ਹੁਣ ਜਿਹੜਾ ਹਾਈਡਰੋਲੇਜ਼ ਹੈ ਇਹ ਕੀ ਕਰਦਾ ਕਿ the enzyme catalyzing hydrolysis of ester, ether, peptide, glycosidic bonds, ਜਿਵੇਂ C ਮਤਲਬ ਦੋ ਕਾਰਬਨਸ ਦੇ ਵਿੱਚ ਬੌਂਡ, ਫਿਰ C ਤੇ ਹੈਲਾਈਡ ਦਾ ਮਤਲਬ ਕਾਰਬਨ ਤੇ ਹੈਲਾਈਡ ਦੇ ਵਿੱਚ ਬੌਂਡ, ਜਿਵੇਂ ਕਿ ਕਲੋਰਾਈਡ, ਫਲੋਰਾਈਡ ਐਕਸੈਟਰਾ, ਤੇ PN ਬੌਂਡ। ਠੀਕ ਹੈ, ਤੇ ਇਹਦੀ ਐਗਜ਼ਾਮਪਲਸ ਕੀ ਹੋਣਗੀਆਂ? ਜਿਵੇਂ ਕਿ ਡਾਈਜੈਸਟਿਵ ਐਂਜ਼ਾਈਮਸ, ਉਹ ਸਭ ਹਾਈਡਰੋਲਿਸਿਸ ਕਰਦੀਆਂ ਨੇ। ਇਹ ਜਿੰਨੇ ਵੀ ਸਾਰੇ ਆਰਗੈਨਿਕ ਕੰਪਾਊਂਡਸ ਹੈ ਤੇ ਉਹਨਾਂ ਦੇ ਬ੍ਰੇਕਡਾਊਨ ਹੋ ਰਿਹਾ। ਜਦੋਂ ਵੀ ਬ੍ਰੇਕਡਾਊਨ ਹੁੰਦਾ ਤਾਂ ਉਹਦੇ ਵਾਟਰ ਯੂਜ਼ ਹੁੰਦਾ, ਕਿ ਜਿਵੇਂ ਸਪੋਜ਼ ਕਿਵੇਂ ਦੱਸਿਆ ਜਾਵੇ ਕਿ ਹਮੇ ਕੋਈ ਐਸਟਰ ਬੌਂਡ ਹੈ ਤਾਂ ਉਹਨੂੰ ਉਹ ਬ੍ਰੇਕਡਾਊਨ ਕੀਤਾ ਤਾਂ ਕੀ ਬਣ ਜਾਏਗਾ? ਐਸਿਡ, ਤੇ ਉਹ ਬਣ ਜਾਏਗਾ प्लस अल्कोहल। ठीक है, तो अगर कोई एसिड ते अल्कोहल मिलके एस्टर बना रहे हैं तो उन्हें एस्टेरिफिकेशन बोलते हैं, तो ਉਹਦੇ ਅੰਦਰ ਵਾਟਰ ਰਿਲੀਜ਼ ਹੁੰਦਾ। ਬਟ ਜਦੋਂ ਐਸਟਰ ਦਾ ਬ੍ਰੇਕਡਾਊਨ ਹੁੰਦਾ ਉਹਦਾ ਵਾਟਰ ਯੂਜ਼ ਹੁੰਦਾ। ਤੇ ਐਵੇਂ ਤੋਰੇ ਐਗਜ਼ਾਮਪਲਸ ਕੀ ਆ ਜਾਣਗੀਆਂ? डाइजेस्टिव एंजाइम्स। ठीक है, उस तो बाद अगला आंदा है लाइज। ये एक बार कलर चेंज कर देंगे। अगला आ जाएगा लाइजेस। लाइजेस की एंजाइम्स होंगे जो कैटलाइज द रिमूवल ऑफ अ ग्रुप फ्रॉम द सबस्ट्रेट बाय मैकेनिज्म अदर देन हाइड्रोलिसिस लीविंग डबल बॉन्ड। की कर दे कि ये भी एक कैटलाइज कर दे कोई ग्रुप दा रिमूवल, बट ਇਹਦੇ ਅੰਦਰ ਜਿਹੜਾ ਮੈਕੈਨਿਜ਼ਮ ਹੁੰਦਾ ਹਾਈਡਰੋਲਿਸਿਸ ਤੋਂ ਅਲੱਗ ਹੁੰਦਾ। ਹਾਈਡਰੋਲਿਸਿਸ ਆਪਾਂ ਨੇ ਹੁਣੇ ਪੜ੍ਹਿਆ ਸੀ, ਜਿਵੇਂ ਐਸਟਰੀਫਿਕੇਸ਼ਨ ਦੇ ਅੰਦਰ ਹਾਈਡਰੋਲਿਸਿਸ ਹੁੰਦਾ में वाटर ਬਾਹਰ ਆ ਜਾਂਦਾ। ठीक है, ਇਹ ਵੀ हमें किसी ग्रुप ਦਾ ਰਿਮੂਵਲ ਕਰਦੇ ਆ, ਬਟ ਉਹਦਾ ਮੈਕੈਨਿਜ਼ਮ ਅਦਰ ਦੈਨ ਹਾਈਡਰੋਲਿਸਿਸ ਹੁੰਦਾ ਤੇ ਐਂਡ ਤੇ ਕੀ ਰਹਿ ਜਾਂਦਾ? ਇੱਕ ਡਬਲ ਬੌਂਡ। ਇਹ ਚੀਜ਼ ਇੰਪੋਰਟੈਂਟ ਹੈ। ਤਾਂ ਹੁਣ ਇਹਦੀ ਐਗਜ਼ਾਮਪਲਸ ਕੀ ਹੋ ਜਾਣਗੀਆਂ? ਜਿਵੇਂ ਕਿ ਹਿਸਟੀਡਿਨ ਡੀਕਾਰਬੋਕਸਿਲੇਸ। एग्जाम्पल क्या आएगी? हिस्टिडिन डीकार्बोक्सिलेस। ठीक है, हुन आएगा आइसोमरेज। आइसोमरेजेस की होंगे आइसोमर्स अपन ने ऑर्गेनिक केमिस्ट्री च पढ़े ने ते इनऑर्गेनिक च भी पढ़े ने। आइसोमर मतलब कि कंपाउंड सेम है, मॉलिक्यूल सेम है, बट ओदी मतलब स्ट्रक्चर डिफरेंट है।
ਅਗਰ ਸਟਰਕਚਰ ਡਿਫਰੈਂਟ ਹੋਇਆ ਤਾਂ ਉਹਦੇ ਕਰਕੇ ਉਹਨੂੰ ਆਈਸੋਮਰ ਬੋਲ ਦਿੰਦੇ ਨੇ। ਤੇ ਹੁਣ ਆਪਾਂ ਨੇ ਆਈਸੋਮਰ ਚ ਬਹੁਤ ਤਰ੍ਹਾਂ ਦੀ ਟਾਈਪਸ ਪੜ੍ਹੀਆਂ ਨੇ ਕਿ ਫੰਕਸ਼ਨਲ ਆਈਸੋਮਰਿਜ਼ਮ ਹੋ ਸਕਦਾ ਹੈ, ਸਟੀਰੀਓ ਆਈਸੋਮਰਿਜ਼ਮ ਹੋ ਸਕਦਾ ਹੈ। ਸਟੀਰੀਓ ਆਈਸੋਮਰਿਜ਼ਮ ਜਿਹਦੀ ਸਪੇਸ਼ੀਅਲ ਓਰੀਐਂਟੇਸ਼ਨ ਅਲੱਗ ਹੁੰਦੀ ਹੈ, ਫੰਕਸ਼ਨਲ ਮਤਲਬ ਫੰਕਸ਼ਨਲ ਗਰੁੱਪ ਅਲੱਗ ਹੋਵੇ, ਐਵੇਂ ਕਰਕੇ ਬਹੁਤ ਸਾਰੇ ਹੁੰਦੇ ਨੇ। ਤਾਂ ਸੇਮ ਜਿਹੜਾ ਇੱਕ ਹੀ ਹੁੰਦਾ ਉਹਦੇ, ਹੁਣ ਇਹ ਵੀ ਜਿੰਨੇ ਵੀ ਕਨਵਰਜਨ ਹੁੰਦੇ ਸਾਰੇ ਐਂਜ਼ਾਈਮ ਕੈਟਾਲਾਈਜ਼ਡ ਹੁੰਦੇ ਨੇ। ਤੇ ਉਹਦੇ ਆਲ ਐਂਜ਼ਾਈਮਸ ਕੈਟਾਲਾਈਜ਼ਿੰਗ ਦ ਇੰਟਰ ਕਨਵਰਜਨ ਆਫ ਆਪਟੀਕਲ, ਜਿਓਮੈਟ੍ਰਿਕ ਔਰ ਪੋਜੀਸ਼ਨਲ ਆਈਸੋਮਰਸ। ਉਹ ਐਂਜ਼ਾਈਮ ਜਿੰਨੇ ਵੀ ਆ ਸਾਰੇ ਕੈਟਾਲਾਈਜ਼ਿੰਗ ਰਿਐਕਸ਼ਨਸ ਕਰਦੇ ਨੇ, ਜਿਹੜੇ ਆਪਟੀਕਲ ਆਈਸੋਮਰਿਜ਼ਮ ਕੀਤਾ ਜਾਂ ਜਿਓਮੈਟ੍ਰਿਕ ਆਈਸੋਮਰਿਜ਼ਮ ਕੀਤਾ ਜਾਂ ਪੋਜੀਸ਼ਨਲ ਆਈਸੋਮਰਿਜ਼ਮ ਕੀਤਾ, ਦੇ ਆਲ ਫਾਲ ਇਨ ਦ ਕੈਟਾਗਰੀ ਆਫ ਆਈਸੋਮਰੇਸਿਸ। ਹੁਣ ਇਹਦੇ ਅੰਦਰ ਐਗਜ਼ਾਮਪਲ ਕੀ ਆ ਜਾਏਗੀ, अंदर एग्जाम्पल आएगी फॉस्फोहेक्सोस आइसोमरेस। फॉस्फोहेक्सोस आइसोमरेस। ਹੁਣ ਉਸ ਤੋਂ ਬਾਅਦ ਆ ਜਾਂਦਾ ਲਾਸਟ ਲਾਈਗੇਜ਼। ਲਾਈਗੇਜ਼ ਦੇ ਨਾਮ ਨਾਲ ਹੀ ਆਪਾਂ ਸਮਝ ਰਹੇ ਕਿ ਉਹ ਦੋ ਸਬਸਟ੍ਰੇਟਸ ਨੂੰ ਜੋੜ ਰਿਹਾ ਨਾਲ। ਤਾਂ ਉਹਦਾ ਕੀ ਮਤਲਬ ਬਣਿਆ ਕਿ एंजाइम्स catalyzing the linking together of two compounds, link कर रहे हैं तो कार्बन ऑक्सीजन, कार्बन सल्फर, कार्बन नाइट्रोजन, फास्फोरस ऑक्सीजन। ਜਿਵੇਂ ਕਿ ਗਲਾਈਕੋਸਿਡਿਕ ਬੌਂਡ ਹੁੰਦਾ ਹੈ, ਪੈਪਟਾਈਡ ਬੌਂਡ ਹੁੰਦਾ ਹੈ, ਗਲਾਈਕੋਸਿਡਿਕ ਬੌਂਡ ਹੁੰਦਾ ਹੈ ਆਪਣੇ ਪੋਲੀਸੈਕਰਾਈਡਸ ਦੇ ਅੰਦਰ। ਫਿਰ ਉਸ ਤੋਂ ਬਾਅਦ ਹੁੰਦਾ ਹੈ ਇਹ ਪੈਪਟਾਈਡ ਬੌਂਡ ਜਿਹੜਾ ਅਮੀਨੋ ਐਸਿਡਸ ਦੇ ਅੰਦਰ ਹੁੰਦਾ, ਐਵੇਂ ਕਰਕੇ। ਹੁਣ ਆਪਾਂ ਕੋਫੈਕਟਰਸ ਆਉਂਦੇ ਨੇ ਕੁਝ। ਕੋਫੈਕਟਰਸ ਕੀ ਹੁੰਦੇ ਨੇ ਕਿ ਉਹ enzymes are composed of one or several polypeptide genes. However, there are a number of cases in which non-protein constituents called cofactors are bound to the enzyme to make the enzyme catalytically active. ਕਿ ਜਿਵੇਂ enzymes ਤਾਂ ਆਪਾਂ ਨੇ ਪੜ੍ਹਿਆ ਕਿ ਮੋਸਟਲੀ ਸਾਰੇ ਪ੍ਰੋਟੀਨੇਸ਼ੀਅਸ ਇਨ ਨੇਚਰ ਹੁੰਦੇ ਨੇ। ਕੁਝ enzyme ਨਿਊਕਲਿਕ ਐਸਿਡ ਵੀ ਹੋ ਸਕਦੇ ਨੇ ਜਿਵੇਂ ਕਿ ਰਾਈਬੋਜ਼ਾਈਮਸ, ਬਟ ਮੋਸਟਲੀ ਸਾਰੇ ਪ੍ਰੋਟੀਨ ਇਨ ਨੇਚਰ ਹੁੰਦੇ ਨੇ। ਪ੍ਰੋਟੀਲਾਈਟਿਕ ਦਾ ਮਤਲਬ ਹੋ ਗਿਆ ਕਿ ਪ੍ਰੋਟੀਨ ਬ੍ਰੇਕਡਾਊਨ, ਮਤਲਬ ਪ੍ਰੋਟੀਨੇਸ਼ੀਅਸ ਇਨ ਨੇਚਰ ਹੁੰਦੇ ਨੇ। ਤੇ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਬਟ ਕੁਝ ਨਾਨ ਪ੍ਰੋਟੀਨ ਕਨਸਟੀਟੂਐਂਟ ਵੀ ਹੁੰਦੇ ਜਿਹਨੂੰ ਆਪਾਂ ਬੋਲਦੇ ਕੋਫੈਕਟਰ। ਇਹ ਪੜ੍ਹਨ ਤੋਂ ਪਹਿਲਾਂ ਮੈਂ ਐਂਜ਼ਾਈਮ ਦੇ ਕੁਝ ਕਲਾਸੀਫਿਕੇਸ਼ਨ ਦੱਸਣਾ ਚਾਹੂੰਗੀ ਤੇ ਕੋਫੈਕਟਰਸ ਦੀ ਵੀ, ਤਾਂ ਕਿ ਆਪਾਂ ਨੂੰ ਈਜ਼ੀਲੀ ਸਮਝ ਆ ਜਾਏ। ਸਭ ਤੋਂ ਪਹਿਲਾਂ ਕਿ ਜਿਵੇਂ ਐਂਜ਼ਾਈਮਸ ਹੈ, ਐਂਜ਼ਾਈਮਸ ਕਿਵੇਂ ਕਲਾਸੀਫਾਈ ਕਰ ਸਕਦੇ ਆਪਾਂ? ਸਿੰਪਲ ਤੇ conjugated, ਠੀਕ ਹੈ। ਜਿਹੜਾ ਸਿੰਪਲ ਹੁੰਦਾ ਉਹਦੇ ਅੰਦਰ ਤਾਂ ਹੋਣਗੇ ਓਨਲੀ ਅਮੀਨੋ ਐਸਿਡਸ, ਮਤਲਬ ਸਿਰਫ ਪ੍ਰੋਟੀਨ ਹੈ ਉਹ ਨੇਚਰ ਦੇ ਅੰਦਰ। ਕੰਜੂਗੇਟਡ ਦਾ ਮਤਲਬ ਕਿ ਅਮੀਨੋ ਐਸਿਡ ਪਲੱਸ ਤੇ ਨਾਲ ਕੁਝ ਹੋਰ ਵੀ ਨਾਨ ਪ੍ਰੋਟੀਨ ਪਾਰਟ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਕਿ ਹੁਣ ਹੋਲੋ ਐਂਜ਼ਾਈਮ ਵਰਡ ਕੀ ਹੁੰਦਾ, ਐਪੋ ਐਂਜ਼ਾਈਮ ਹੁੰਦੇ ਕੀ ਹੁੰਦੇ ਤੇ ਕੋਫੈਕਟਰ ਕੀ ਹੁੰਦਾ, ਠੀਕ ਹੈ। ਹੋਲੋ ਐਂਜ਼ਾਈਮ ਆਪਾਂ थोड़ा उत्ते लिखते हैं मुझे। होलो एंजाइम इज इक्वल टू, या फिर उल्टा बोलना चाहिए एक्चुअली कि एपो एंजाइम प्लस कोफैक्टर मेक्स होलो एंजाइम, ठीक है। ते होलो एंजाइम का फिर उनकी मतलब है कॉन्जुगेटेड एंजाइम, कॉन्जुगेटेड एंजाइम। ते फिर एपो एंजाइम की होया प्रोटीन पार्ट ऑफ द एंजाइम, ते कोफैक्टर की होया नॉन प्रोटीन पार्ट। बनाएगा कोफैक्टर्स दी क्लासिफिकेशन की कोफैक्टर्स अंदर की आंदा है। मतलब किसी बहुत बार इंटरचेंजेबल टर्म्स देखे होंगे, कोफैक्टर, कोएंजाइम, प्रोस्थेटिक ग्रुप, बट इन्हें शब्द एक्चुअली मतलब की है। कोफैक्टर एक ब्रॉड कैटेगरी है जिसके अंदर ऑर्गेनिक कोफैक्टर्स ते इनऑर्गेनिक कोफैक्टर्स आएंगे। ऑर्गेनिक कोफैक्टर्स अगे होर दो तरह के होंगे ने, कोएंजाइम ते प्रोस्थेटिक ग्रुप, ठीक है। प्रोस्थेटिक ग्रुप ते इनऑर्गेनिक के अंदर क्या आएंगे, मेटल एक्टिवेटर्स, ठीक है। हुन कोएंजाइम्स दे एग्जांपल्स की आएंगे जिवें कि FAD, FMN, NAD, ਜਿਹੜੇ ਵੀ ਆਪਾਂ ਇਹ
ਨਿਊਕਲਿਕ ਐਸਿਡ ਜਿਵੇਂ ATP ਵਗੈਰਾ ਉਹ ਸਭ ਪੜ੍ਹਦੇ ਆ ਉਹਦੀ ਤਰ੍ਹਾਂ। ਤੇ ਹੁਣ ਪ੍ਰੋਸਥੈਟਿਕ ਗਰੁੱਪ ਦੇ ਅੰਦਰ ਐਗਜ਼ਾਮਪਲ ਕੀ ਆ ਜਾਏਗਾ, ਜਿਵੇਂ ਕਿ ਹੀਮ ਇੱਕ ਪ੍ਰੋਸਥੈਟਿਕ ਗਰੁੱਪ ਹੈ। ਉਸ ਤੋਂ ਬਾਅਦ ਹੁਣ ਮੈਟਲ ਐਕਟੀਵੇਟਰ ਦੇ ਅੰਦਰ ਐਗਜ਼ਾਮਪਲ ਕੀ ਆ ਜਾਣਗੇ, ਜਿਵੇਂ ਮੈਟਲਸ ਹੋ ਗਿਆ ਸਿੱਧਾ ਜ਼ਿੰਕ, ਨਿਕਲ, ਫਿਰ ਕਲੋਰਾइड भी एक्ट कर कदे कदे, फिर कैल्शियम भी एक्ट कर सकता है। ਜਿਵੇਂ ਕੈਲਸ਼ੀਅਮ ਦੀ ਬਹੁਤ ਇਸ ਐਗਜ਼ਾਮਪਲ ਹੈ ਕਿ ਜਿੰਨੇ ਵੀ ਆਪਣਾ ਕਲੌਟਿੰਗ ਪਾਥਵੇ ਹੈ ਉਹਦੇ ਅੰਦਰ ਉਹ ਐਕਸਟ੍ਰਿੰਸਿਕ ਤੇ ਇੰਟ੍ਰਿੰਸਿਕ ਹੁੰਦਾ ਤੇ ਉਹ ਪੂਰੇ ਦੇ ਅੰਦਰ ਆਪਾਂ ਨੂੰ ਕੈਲਸ਼ੀਅਮ ਐਸ ਕੋ ਫੈਕਟਰ ਚਾਹੀਦਾ ਹੁੰਦਾ ਜਿਹੜਾ ਰਿਐਕਸ਼ਨਸ ਨੂੰ ਕੈਸਕੇਡ ਪਾਥਵੇ ਨੂੰ ਕੈਟਾਲਾਈਜ਼ ਕਰਦਾ। ਉਹਦੇ ਕੇ ਲਿਖਿਆ ਕਿ ਐਂਜ਼ਾਈਮ ਜਿਹੜੇ ਹੁੰਦੇ ਨੇ ਉਹ ਸੈਵਰਲ ਪੋਲੀਪੈਪਟਾਈਡ ਚੇਨਸ ਤੋਂ ਬਣੇ ਹੁੰਦੇ ਨੇ, ਬਟ ਕਾਫੀ ਵਾਰ ਕੀ ਹੁੰਦਾ ਕਿ ਨਾਨ ਪ੍ਰੋਟੀਨ ਪਾਰਟ ਵੀ ਹੁੰਦਾ, ਇਹਨੂੰ ਆਪਾਂ ਕੋਫੈਕਟਰ ਬੋਲਦੇ ਹਾਂ। ਠੀਕ ਹੈ, ਤੇ ਇਹ ਐਂਜ਼ਾਈਮ ਨਾਲ ਬਾਈਂਡ ਕਰਦੇ ਨੇ, ਇਹਨੂੰ ਕੈਟਾਲਿਟਿਕਲੀ ਐਕਟਿਵ ਬਣਾਉਂਦੇ ਨੇ। In these instances, the protein portion of the enzyme is called the apoenzyme। ठीक है, जब प्रोटीन पोर्शन एंजाइम जिवें अपन पढ़िया कि होलो एंजाइम ਹੁੰਦੇ ਨੇ, एपोएंजाइम ਤੇ ਕੋਫੈਕਟਰ ਹੁੰਦਾ। ਹੁਣ ਉਸ ਤੋਂ ਬਾਅਦ ਜਿਹੜੇ ਕੋਫੈਕਟਰਸ ਹੁੰਦੇ ਨੇ ਉਹ ਤਿੰਨ ਤਰ੍ਹਾਂ ਦੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਆਏਗਾ ਪ੍ਰੋਸਥੈਟਿਕ ਗਰੁੱਪ, ਫਿਰ ਕੋਐਂਜ਼ਾਈਮ ਤੇ ਮੈਟਲ ਆਇਨਸ। अपन ਜਿਵੇਂ ਕਿ ਪੜ੍ਹੇ ਆਰਗੈਨਿਕ ਹੋ ਸਕਦੇ, ਇਨਆਰਗੈਨਿਕ ਹੋ ਸਕਦੇ। ਇਨਆਰਗੈਨਿਕ ਦੇ ਅੰਦਰ ਆ ਜਾਣਗੇ ਮੈਟਲ ਐਂਜ਼ਾਈਮ ਆਇਨਸ ਜਾਂ ਫਿਰ ਐਕਟੀਵੇਟਰਸ, ਤੇ ਆਰਗੈਨਿਕ ਦੇ ਅੰਦਰ ਆ ਜਾਣਗੇ ਕੋਐਂਜ਼ਾਈਮਸ ਤੇ ਪ੍ਰੋਸਥੈਟਿਕ ਗਰੁੱਪਸ। Prosthetic groups are organic compounds and are distinguished from other cofactors in that they are tightly bound to the apoenzyme। जब prosthetic group है वो tightly bound ਹੁੰਦਾ to the apoenzyme। For example, in peroxidase and catalase, they catalyze the breakdown of hydrogen peroxidase to water and oxygen। ਇਹਦਾ ਜਿਹੜਾ ਹੀਮ ਹੈ ਉਹ ਇੱਕ prosthetic group ਹੈ and it is part of the active site of the enzyme। ਦੇਖੋ ਕਿ ਕਾਫੀ ਟਾਈਟਲੀ ਬਾਉਂਡ ਹੈ ਤੇ ਐਂਜ਼ਾਈਮ ਤੋਂ ਕਦੇ ਸੈਪਰੇਟ ਨਹੀਂ ਹੁੰਦਾ ਤੇ ਉਹ ਐਕਟਿਵ ਸਾਈਟ ਦਾ ਹੀ ਪਾਰਟ ਹੈ। ਅਗਰ ਐਕਟਿਵ ਸਾਈਟ ਤੋਂ ਹੀਮ ਹਟ ਗਿਆ ਤਾਂ ਮਤਲਬ ਐਕਟਿਵ ਸਾਈਟ ਦਾ ਸਟਰਕਚਰ ਹੀ ਆਲਟਰ ਹੋ ਗਿਆ ਤੇ ਐਂਜ਼ਾਈਮ ਆਪਣਾ ਫੰਕਸ਼ਨਲੀ ਐਕਟਿਵ ਹੀ ਨਹੀਂ ਰਹੇਗਾ। ਤੇ ਐਗਜ਼ਾਮਪਲ ਕੀ ਹੋਈ ਪੈਰੋਕਸੀਡੇਜ਼ ਤੇ ਕੈਟਾਲਿਸ ਔਰ ਇਹਦਾ ਪ੍ਰੋਸਥੈਟਿਕ ਗਰੁੱਪ ਕੀ ਹੈ ਹੀਮ, ਤੇ ਉਹਦਾ ਕੰਮ ਕੀ ਐਂਜ਼ਾਈਮ ਦਾ breakdown of hydrogen peroxidase to water and oxygen। And the coenzymes are also organic compounds, but their association with the coenzyme is only transient। ठीक है, ਜਿਹੜਾ coenzyme ਹੁੰਦਾ ਉਹ transient ਹੁੰਦਾ only association ਦੇ ਅੰਦਰ, but ਜਿਹੜਾ prosthetic group ਹੈ ਉਹ ਹੁੰਦਾ tightly bound। Association with the coenzyme is only transient, usually occurring during the course of the catalysis। Catalysis the time they present in them। Furthermore, coenzymes serve as cofactor in a number of different enzymes catalyzed reactions। ਹੁਣ ਆਪਾਂ ਕਦੇ ਇਹ ਤਾਂ ਨਹੀਂ ਪੜਿਆ ਕਿ NAD ਜਿਹੜਾ ਹੈ ਉਹ ਇੱਕ ਓਨਲੀ ਐਂਡ ਓਨਲੀ ਸਪੈਸੀਫਿਕ ਰਿਐਕਸ਼ਨ ਦਾ ਹੀ ਕੋਫੈਕਟਰ ਹੈ, ਐਂਜ਼ਾਈਮ ਦਾ ਹੀ ਕੋਫੈਕਟਰ ਹੈ, ਬਟ ਉਹ ਬਹੁਤ ਸਾਰੀ ਰਿਐਕਸ਼ਨਸ ਆਪਾਂ ਨੂੰ ਦਿਖਦਾ, ਤਾਂ ਕਰਕੇ ਉਹ ਬੋਲਦੇ ਕਿ ਇਹ it serves as a cofactor in number of different enzymes for a number of different enzyme catalyzed reactions। ਹੁਣ ਕੀ ਹੁੰਦਾ ਹੈ ਕਿ the essential chemical component of many coenzymes are vitamins। कि काफी सारे कोएंजाइम्स के ਹੁੰਦੇ ਨੇ vitamins, ਜਿਵੇਂ ਕਿ कोएंजाइम निकोटिनामाइड एडेनिन डाइन्यूक्लियोटाइड या फिर NADP। ਇਹਦੇ ਅੰਦਰ ਵਿਟਾਮਿਨ ਨਿਆਸਿਨ ਹੁੰਦਾ। ਇਹ ਸਭ ਯਾਦ ਕਰਕੇ ਰੱਖਣਾ ਹੈ ਕਿਉਂਕਿ ਕਾਫੀ ਬੜੇ MCQ ਬਣ ਦਿੰਦੇ ਕਿ ਕੋਐਂਜ਼ਾਈਮਸ ਦੀ ਐਗਜ਼ਾਮਪਲ ਦੱਸੋ, ਫਿਰ ਉਹ ਕਿਹੜਾ ਕੋਐਂਜ਼ਾਈਮ ਕਿਹੜੇ ਐਂਜ਼ਾਈਮ ਨਾਲ ਰਹਿੰਦਾ ਹੈ, ਕੁਝ ਬਣ ਸਕਦੇ हैं क्वेश्चंस। ਉਹਨਾਂ ਦੇ ਕਿ number of enzymes require metal ions for their activity, which form coordinate bonds with the side chains at the active site and at the same time form one or more coordinate bonds with the substrate। ਇਹਦਾ ਕੀ ਮਤਲਬ ਬਣਿਆ ਕਿ ਜਿਹੜਾ ਐਂਜ਼ਾਈਮ ਹੁੰਦਾ ਉਹਦਾ ਅਗਰ ਮੈਟਲ ਆਇਨ ਇੱਕ ਕੋਫੈਕਟਰ ਹੋਇਆ ਉਹ ਐਂਜ਼ਾਈਮ ਦੀ ਐਕਟਿਵ ਸਾਈਟ ਨਾਲ ਵੀ ਕੋਆਰਡੀਨੇਟ ਬੌਂਡਸ ਫਾਰਮ ਕਰੇਗਾ ਤੇ ਐਜ਼ ਵੈਲ ਐਜ਼ ਇਟ ਵਿਲ ਫਾਰਮ ਕੋਆਰਡੀਨੇਟ ਬੌਂਡਸ ਵਿਦ ਦੀ ਸਬਸਟ੍ਰੇਟ।
ਕਿ ਸਬਸਟ੍ਰੇਟ ਨਾਲ ਵੀ ਕੋਆਰਡੀਨੇਟਸ ਬੌਂਡ ਬਣਾਏਗਾ ਤੇ ਵਨ অর ਮੋਰ ਕੋਆਰਡੀਨੇਟ ਬੌਂਡਸ ਬਣ ਜਾਂਦੇ ਨੇ। ਤੇ ਫॉर ਐਗਜ਼ਾਮਪਲ ਜ਼ਿੰਕ ਹੈ, ਉਹ ਕਿਹਦਾ ਕੋਫੈਕਟਰ ਹੈ? ਪ੍ਰੋਟੀਲਿਟਿਕ ਐਂਜ਼ਾਈਮ ਕਾਰਬੋਕਸੀਪੈਪਟਾਈਡੇਸ। ਤਾਂ ਜਦੋਂ ਉਹ ਪ੍ਰੋਟੀਨ ਅਟੈਚ ਹੋਏਗਾ ਉਹਦੇ ਨਾਲ ਵੀ ਕੋਆਰਡੀਨੇਟ ਬੌਂਡ ਬਣਾਏਗਾ ਤੇ ਇਹ ਐਂਜ਼ਾਈਮ ਨਾਲ ਵੀ ਕੋਆਰਡੀਨੇਟ ਬੌਂਡ ਬਣਾਏਗਾ। ਆਪਾਂ ਇਹਨੂੰ ਵੀ ਹਾਈਲਾਈਟ ਕਰਨੀ ਹੈ, ਜ਼ਿੰਕ is a cofactor for the proteolytic enzyme carboxypeptidase. Metal ions ਕੀ ਬਣਾਉਂਦੇ ਨੇ? ਕੋਆਰਡੀਨੇਟ ਬੌਂਡਸ ਐਕਟਿਵ ਸਾਈਟ ਤੇ ਸਬਸਟ੍ਰੇਟ ਨਾਲ ਵੀ। ਇਹਨਾਂ ਦੇ the catalytic activity is lost when the cofactor is removed from the enzyme, which testifies that they play a crucial role in the catalytic activity of the enzyme. ਹੁਣ ਇੱਕ ਇੰਪੋਰਟੈਂਟ ਲਾਈਨ ਹੈ, ਇਹ ਤੋਂ ਕੋਈ ਵੀ ਸਟੇਟਮੈਂਟ ਬੇਸਡ ਕੁਐਸਚਨਸ ਬਣ ਸਕਦੇ ਨੇ। ਇਹਦਾ ਮਤਲਬ ਕੀ ਹੈ ਕਿ ਜਿਹੜਾ ਕੋਫੈਕਟਰਸ ਹੈ ਨਾ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਐਂਜ਼ਾਈਮ ਐਕਟੀਵੇਸ਼ਨ ਦੇ ਅੰਦਰ। ਤੇ ਅਗਰ ਕੈਟਾਲਿਟਿਕ ਕੋਫੈਕਟਰ ਨੂੰ ਐਂਜ਼ਾਈਮ ਤੋਂ ਸੈਪਰੇਟ ਕਰ ਦਿੱਤਾ ਗਿਆ ਤਾਂ ਉਹਦੀ ਕੈਟਾਲਿਟਿਕ ਐਕਟੀਵਿਟੀ ਚਲੀ ਜਾਏਗੀ ਤੇ ਰਿਐਕਸ਼ਨ ਨਹੀਂ ਹੋ ਪਾਏਗੀ। ਉਹਨਾਂ ਦੇ ਸਮਰੀ ਦੇ ਅੰਦਰ ਜਿਵੇਂ ਕਿ ਹਮੇਸ਼ਾ ਦੱਸਿਆ ਗਿਆ ਕਿ ਸਮਰੀ ਕਦੇ ਵੀ ਪੜ੍ਹਨੀ ਨਹੀਂ ਛੱਡਣੀ ਹੈਗੀ, ਕਿਉਂਕਿ ਸਮਰੀ ਤੋਂ ਵੀ ਕਦੇ ਕੋਈ ਨਈ ਲਾਈਨਸ ਮਿਲ ਜਾਂਦੀਆਂ ਨੇ ਤੇ ਉਹਦੇ ਅੰਦਰ ਵੀ ਆਪਾਂ ਨੂੰ ਕੁਐਸਚਨਸ ਮਿਲ ਸਕਦੇ ਨੇ। ਤਾਂ ਇੱਕ ਵਾਰ ਇਹਨੂੰ ਇੱਕ ਜਲਦੀ ਰੀਡਿੰਗ ਦੇ ਦਿੰਦੇ ਹਾਂ ਕਿ although there is a diversity of the organisms, their chemical composition and metabolic reactions appear to be remarkably similar. कि बहुत डिफरेंट ऑर्गेनिजम्स हैं, एनिमल्स हैं, प्लांट है, पर उन्होंने केमिकल ਤੇ ਫਿਜ਼ੀਕਲ ਕੈਮੀਕਲ ਕੰਪੋਜੀਸ਼ਨ ਬੇਸਿਕ ਉਹਦਾ ਸੇਮ ਹੀ ਦਿਖਦਾ ਆਪਾਂ ਨੂੰ, ਰਿਮਾਰਕੇਬਲੀ ਸਿਮਿਲਰ। ਉਹਨਾਂ ਦੀ ਜਿਹੜੀ ਐਲੀਮੈਂਟਲ ਕੰਪੋਜੀਸ਼ਨ ਹੈ ਟਿਸ਼ੂ ਦੀ ਤੇ ਨਾਨ ਲਿਵਿੰਗ ਮੈਟਰ ਦੀ ਉਹ ਵੀ ਸਿਮਿਲਰ ਦਿਖਦੀ ਹੈ ਜਦੋਂ ਕੁਆਲਿਟੇਟਿਵ ਐਨਾਲਿਸਿਸ ਕੀਤਾ ਜਾ ਸਕਦਾ। ਬਟ ਜਦੋਂ ਆਪਾਂ ਕਲੋਜ਼ਰ ਐਗਜ਼ਾਮੀਨੇਸ਼ਨ ਕਰਦੇ ਹਾਂ ਤਾਂ ਡਿਫਰੈਂਟ ਐਲੀਮੈਂਟਸ ਆਪਾਂ ਨੂੰ ਆਰਗੈਨਿਕ ਜਾਂ ਫਿਰ ਲਿਵਿੰਗ ਦੇ ਅੰਦਰ ਅਬੰਡੈਂਸ ਮਿਲਣਗੇ ਰਾਦਰ ਦੈਨ ਨਾਨ ਲਿਵਿੰਗ ਚ ਆਪਾਂ ਦੇਖਿਆ ਸੀ ਆਪਾਂ ਨੂੰ ਸਿਲੀਕਨ ਤੇ ਮੈਟਲਸ, ਸੋਡੀਅਮ ਵਗੈਰਾ ਉਹ ਜ਼ਿਆਦਾ ਅਬੰਡੈਂਸ ਚ ਮਿਲ ਰਹੇ ਸੀ ਰਾਦਰ ਦੈਨ ਕਾਰਬਨ, ਆਕਸੀਜਨ, ਸਲਫਰ, ਫਾਸਫੋਰਸ। ਠੀਕ ਹੈ, there is a relative abundance of carbon, hydrogen, oxygen in the living systems when compared to inanimate matter. The most abundant chemical in the living organisms is water. ਆਪਾਂ ਜਿਵੇਂ ਬੋਲਦੇ ਹੀ ਹਾਂ ਕਿ ਜਿਹੜਾ ਵਾਟਰ ਹੈ ਉਹ 70% ਆਫ ਬੋਡੀ ਵੇਟ ਬਣਾਉਂਦਾ ਹੈ, ਜਾਂ ਫਿਰ ਪਲਾਂਟਸ ਦੇ ਅੰਦਰ ਵੀ ਬਹੁਤ ਸਾਰਾ ਵਾਟਰ ਹੁੰਦਾ, ਜਿਵੇਂ ਹੁਣ ਵਾਟਰਮੈਲਨ ਉਹਦੇ ਅੰਦਰ ਵੀ 90% ਵਾਟਰ ਹੁੰਦਾ। ਤਾਂ ਕਰਕੇ ਬੋਲਿਆ ਕਿ ਮੋਸਟ ਅਬੰਡੈਂਟ ਕੈਮੀਕਲ ਕਿਹੜਾ ਹੁੰਦਾ? ਵਾਟਰ। ਅਗਰ ਹੁਣ ਪੁੱਛਿਆ ਜਾਵੇ ਮੋਸਟ ਅਬੰਡੈਂਟ ਪੋਲੀਸੈਕਰਾਈਡ ਕਿਹੜਾ, ਤਾਂ ਆਏਗਾ ਸੈਲੂਲੋਜ਼। There are thousands of smaller molecular weight biomolecules ਜਿਵੇਂ ਕਿ ਅਮੀਨੋ ਐਸਿਡ ਹੋ ਗਿਆ, ਮੋਨੋਸੈਕਰਾਈਡਸ ਹੋ ਗਿਆ, ਡਾਈਸੈਕਰਾਈਡ, ਸ਼ੂਗਰਸ, ਫੈਟੀ ਐਸਿਡਸ, ਗਲਿਸਰੋਲ। ਹੁਣ ਫੈਟੀ ਐਸਿਡ ਕਿਵੇਂ ਬਣਿਆ ਸੀ, ਆਪਾਂ ਕੀ ਪੜ੍ਹਿਆ ਸੀ, ਕਿਵੇਂ ਗਲਿਸਰੋਲ ਰਹਿੰਦਾ ਤੇ ਉਹਦੇ ਨਾਲ ਉਹਦੇ ਆ ਕੇ ਐਸਿਡ ਕੰਬਾਈਨ ਹੁੰਦੇ ਨੇ, ਲੌਂਗ ਚੇਨ ਐਸਿਡਸ, ਤੇ ਉਹਦੇ ਨਾਲ ਬਣ ਜਾਂਦੇ ਨੇ। ਉਸ ਤੋਂ ਬਾਅਦ ਕੀ ਰਹਿੰਦਾ ਕਿ ਨਿਊਕਲੀਓਟਾਈਡਸ, ਨਿਊਕਲੀਓਸਾਈਡਸ, ਨਾਈਟ੍ਰੋਜਨ ਬੇਸਿਸ, ਇਹ ਕੁਛ ਆਰਗੈਨਿਕ ਕੰਪਾਊਂਡਸ ਐਗਜ਼ਾम्पल्स ਹੈ। ਹੁਣ ਪੂਰੇ ਬੋਲਿਆ ਗਿਆ ਕਿ there are 20 types of amino acids and 5 types of nucleotides. 20 types of amino acids and 5 types of nucleotides. Fats and oils are glycerides in which fatty acids are esterified. ਠੀਕ ਹੈ, ਹੁਣ ਇਹ ਆਪਾਂ ਜਿਵੇਂ ਮੈਂ ਦੱਸਿਆ ਸੀ ਕਿ ਗਲਿਸਰਾਈਡਸ ਹੁੰਦੇ ਨੇ ਉਹਦੇ ਅੰਦਰ ਫੈਟੀ ਐਸਿਡਸ ਐਸਟਰੀਫਾਈਡ ਹੁੰਦੇ ਨੇ, ਨਾਲ ਫੈਟਸ ਤੇ ਆਇਲਸ ਬਣਦੇ ਨੇ। ਹੁਣ ਫਾਸਫੋਲਿਪਿਡ ਦੀ ਗੱਲ ਕਰੀ ਜਾਵੇ ਜਾਂ ਸਪਿੰਗੋਲਿਪਿਡਸ ਵਗੈਰਾ ਦੀ, ਤੇ ਉਹਦੇ ਨਾਲ ਇੱਕ ਫਾਸਫੋਰਾਈਲੇਟਡ ਨਾਈਟ੍ਰੋਜਨਸ ਬੇਸ ਵੀ ਹੁੰਦਾ ਇਨ ਐਡੀਸ਼ਨ। ਹੁਣ ਇਹਦੇ there are only 3 types of macromolecules, that are proteins, nucleic acids and polysaccharides, ਜਿਹੜੇ ਲਿਵਿੰਗ ਸਿਸਟਮ ਦੇ ਅੰਦਰ ਮਿਲਦੇ ਨੇ। 3 types ਹੈ, ਪ੍ਰੋਟੀਨ, ਨਿਊਕਲਿਕ ਐਸਿਡਸ ਐਂਡ polysaccharides in living system. ਹੁਣ ਜਿਹੜਾ ਲਿਪਿਡ ਹੈ, because of their association with membranes, separate in the macromolecular fraction. ਇਹਦਾ ਕੀ ਮਤਲਬ ਹੋਇਆ ਕਿ ਜਿਹੜਾ ਲਿਪਿਡ ਹੈ ਨਾ ਉਹ ਆਬਵੀਅਸਲੀ ਆਪਾਂ ਨੂੰ ਪੜ੍ਹਿਆ ਕਿ ਲਿਪਿਡ ਬਾਇਲੇਅਰ ਹੁੰਦੀ ਹੈ ਸੈਲ ਮੈਮਬ੍ਰੇਨਸ ਦੇ ਅੰਦਰ, ਬਟ ਜਦੋਂ ਉਹਦਾ ਸੈਪਰੇਸ਼ਨ ਹੁੰਦਾ ਤਾਂ ਉਹ ਮੈਕਰੋਮੋਲੀਕੂਲਰ ਫ੍ਰੈਕਸ਼ਨ ਦੇ ਅੰਦਰ ਆ ਜਾਂਦਾ। ਜਿਹੜਾ ਹੁਣ ਬਾਇਓ ਮੈਕਰੋਮੋਲੀਕੂਲਸ ਹੈ ਉਹ ਹੁੰਦੇ ਨੇ ਪੋਲੀਮਰਸ।
ਉਹ ਬਿਲਡਿੰਗ ਬਲੌਕਸ ਤੋਂ ਬਣੇ ਹੁੰਦੇ ਨੇ, ਜਿਹੜੇ ਸੇਮ ਵੀ ਹੋ ਸਕਦੇ, ਡਿਫਰੈਂਟ ਵੀ ਹੋ ਸਕਦੇ, ਤਾਂ ਹੋਮੋਪੋਲੀਮਰ ਵੀ ਬਣ ਸਕਦੇ, ਹੈਟਰੋਪੋਲੀਮਰ ਵੀ ਬਣ ਸਕਦੇ ਆ। ਜਿਹੜੇ ਪ੍ਰੋਟੀਨ ਹੈ ਉਹ ਹੁੰਦੇ ਨੇ ਹੈਟਰੋਪੋਲੀਮਰ ਆਫ ਅਮੀਨੋ ਐਸਿਡਸ। ਕੋਈ ਪੋਲੀਪੈਪਟਾਈਡ ਚੇਨ ਸਿਰਫ ਵੈਲੀਨ ਦੀ ਬਣੀ ਹੈ ਤਾਂ ਉਹਨੂੰ ਹੋਮੋਪੋਲੀਮਰ ਬੋਲ ਦਾਂਗੇ। ਹੁਣ ਜਿਹੜੇ ਨਿਊਕਲਿਕ ਐਸਿਡਸ ਆ ਉਹ ਕਿਹਦੇ ਨਾਲ ਕੰਪੋਜ਼ਡ ਹੈ? ਨਿਊਕਲੀਓਟਾਈਡਸ ਨਾਲ, ਹਨਾ। ਨਿਊਕਲੀਓਟਾਈਡਸ ਕੀ ਹੁੰਦੇ ਨੇ? ਨਾਈਟ੍ਰੋਜਨਸ ਬੇਸ ਪਲੱਸ ਸ਼ੂਗਰ ਪਲੱਸ ਫਾਸਫੇਟ। ਅਗਰ ਇਹ 'ਚ ਫਾਸਫੇਟ ਕੱਟ ਦਿੱਤਾ ਜਾਵੇ ਤਾਂ ਨਿਊਕਲੀਓਸਾਈਡ ਬਣ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਮੈਕਰੋਮੋਲੀਕੂਲਸ ਹੈ, ਦੇ ਹੈਵ ਅ ਹਾਇਰਾਰਕੀ ਆਫ ਸਟਰਕਚਰ, ਹਾਇਰਾਰਕੀ ਆਫ ਸਟਰਕਚਰ। ਤੇ ਉਹਨਾਂ ਦਾ ਕੀ ਆਏਗਾ? ਪ੍ਰਾਇਮਰੀ, ਸੈਕੰਡਰੀ, ਟਰਸ਼ਰੀ, ਕੁਆਟਰਨਰੀ। ਹੁਣ ਜਿਹੜੇ ਨਿਊਕਲਿਕ ਐਸਿਡਸ ਆ ਉਹ ਜੈਨੇਟਿਕ ਮਟੀਰੀਅਲ ਬਣਾਉਂਦੇ ਨੇ। ਉਸ ਤੋਂ ਬਾਅਦ ਜਿਹੜੇ ਪੋਲੀਸੈਕਰਾਈਡਸ ਹੈ ਉਹ ਸੈਲ ਵਾਲ ਆਫ ਪਲਾਂਟ, ਫੰਗਾ ਐਂਡ ਆਲਸੋ ਐਗਜ਼ੋਸਕੈਲਟਨ ਆਫ ਆਰਥ੍ਰੋਪੋਡ ਬਣਾਉਂਦੇ ਨੇ। ਆਰਥ੍ਰੋਪੋਡ ਸੇ ਐਗਜ਼ੋਸਕੈਲਟਨ ਕੀ ਹੁੰਦਾ? ਕਾਈਟਿਨ। ਉਸ ਤੋਂ ਬਾਅਦ ਦੇ ਆਰ ਆਲਸੋ ਸਟੋਰੇਜ ਫਾਰਮਸ ਆਫ એનર્ਜੀ, ਜਿਵੇਂ ਕਿ ਸਟਾਰਚ ਫॉर ਪਲਾਂਟਸ ਐਂਡ ਗਲਾਈਕੋਜਨ ਫॉर ਐਨੀਮਲਸ। ਤਾਂ ਫਿਰ ਅਗਰ ਕਦੇ ਕਦੇ ਪੁੱਛ ਲੈਂਦੇ ਨੇ ਕੁਐਸਚਨ ਐਨੀਮਲ ਸਟਾਰਚ ਕੀ ਹੈ, ਤਾਂ ਉਹਨੂੰ ਗਲਾਈਕੋਜਨ ਹੁੰਦਾ ਐਨੀਮਲ ਸਟਾਰਚ। ਫਿਰ ਜਿਹੜਾ ਪ੍ਰੋਟੀਨ ਹੈ, ਪ੍ਰੋਟੀਨ ਸਰਵਸ a variety of cellular function. Many of them are enzymes. ਕੁਝ ਐਂਟੀਬਾਡੀਜ਼ ਹੁੰਦੇ ਨੇ, ਕੁਝ ਰਿਸੈਪਟਰ ਹੁੰਦੇ ਨੇ, ਕੁਝ ਹਾਰਮੋਨ ਵੀ ਹੁੰਦੇ ਨੇ, ਐਂਡ ਸਮ ਆਰ ਸਟਰਕਚਰਲ ਪ੍ਰੋਟੀਨਸ। ਹੁਣ ਜਦੋਂ ਹਾਰਮੋਨ ਦੀ ਗੱਲ ਆਈ ਗਈ ਹੈ ਤਾਂ ਕੁਝ ਹਾਰਮੋਨਸ ਹੁੰਦੇ ਨੇ ਸਟੇਰੋਇਡ ਇਨ ਨੇਚਰ, ਕੁਝ ਲਿਪਿਡ ਇਨ ਨੇਚਰ, ਐਵੇਂ ਕਰਕੇ ਬਹੁਤ ਅਲੱਗ-ਅਲੱਗ ਹੁੰਦੇ ਨੇ। ਹੁਣ ਕੋਲੇਜਨ ਇਜ਼ ਦ ਮੋਸਟ ਅਬੰਡੈਂਟ ਪ੍ਰੋਟੀਨ ਇਨ ਦੀ animal world, and ribulose bisphosphate carboxylase oxygenase. Rubisco is the most abundant protein in the whole of the biosphere. Cellulose के most abundant polysaccharide. ਹੁਣ ਆਪਾਂ ਨੂੰ ਕੀ ਬੋਲਾਂਗੇ? ਕੋਲੇਜਨ ਹੈ ਕਿ most abundant protein in animal world, ਤੇ rubisco in whole world। ਹੁਣ ਇਹ ਕਿ whole biosphere, ਹੁਣ ਇਹ ਕਿ ਬੋਲਿਆ ਗਿਆ? ਤਾਂ ਕੋਲੇਜਨ ਹੈ ਉਹ ਆਪਣਾ ਬੇਸਿਕ ਐਕਸਟਰਾ ਸੈਲਰ ਮੈਟ੍ਰਿਕਸ ਹੈ, ਕਨੈਕਟਿਵ ਟਿਸ਼ੂ ਦਾ ਮੈਟ੍ਰਿਕਸ ਬਣਾਉਂਦਾ ਹੈ, ਜਾਂ ਫਿਰ ਕਨੈਕਟਿਵ ਟਿਸ਼ੂ ਹੁੰਦਾ ਕਿ ਜਿਹੜਾ ਬੋਡੀ ਦੇ ਅੰਦਰ ਸਭ ਤੋਂ ਜ਼ਿਆਦਾ ਪ੍ਰੈਜ਼ੈਂਟ ਹੁੰਦਾ ਹੈ। ਤੇ ਅਗਰ ਹਰ ਐਨੀਮਲ ਨੂੰ ਦੇਖਿਆ ਜਾਵੇ ਤੇ ਉਹਦੇ ਅੰਦਰ ਕੋਲੇਜਨ ਤਾਂ ਰਹੇਗਾ ਹੀ, ਕਿਉਂਕਿ ਇੱਕ ਸੀਮੈਂਟਿੰਗ ਟਾਈਪ ਆਫ ਟਿਸ਼ੂ ਹੈ, ਕਨੈਕਟਿਵ ਟਿਸ਼ੂ ਜਿਹੜਾ ਬਾਕੀ ਟਿਸ਼ੂ ਨੂੰ ਜੋੜ ਕੇ ਰੱਖਦਾ ਹੈ। ਤੇ ਰੂਬਿਸਕੋ ਕਿਉਂ ਬੋਲਿਆ ਗਿਆ? ਰੂਬਿਸਕੋ ਕੀ ਹੁੰਦਾ? ਇੱਕ ਪ੍ਰੋਟੀਨ ਹੈ, ਐਂਜ਼ਾਈਮ ਹੈ ਪਲਾਂਟਸ ਦੇ ਅੰਦਰ, ਜਿਹੜਾ ਫੋਟੋਸਿੰਥੇਸਿਸ ਡਾਰਕ ਰਿਐਕਸ਼ਨ ਕਰਵਾਉਂਦਾ, ਠੀਕ ਹੈ। ਤੇ ਅਗਰ ਪਲਾਂਟਸ ਆਪਾਂ ਦੇਖੀਏ ਕਿ ਬਹੁਤ ਸਾਰੀ ਅਬੰਡੈਂਸ ਚ, ਤਾਂ ਕਰਕੇ ਉਹ ਹੋਲ ਬਾਇਓਸਫੀਅਰ ਦਾ ਮੋਸਟ ਅਬੰਡੈਂਟ ਪ੍ਰੋਟੀਨ ਬਣ ਗਿਆ। ਉਸ ਤੋਂ ਬਾਅਦ ਹੁੰਦੇ ਕਿ ਐਂਜ਼ਾਈਮਸ ਆਰ ਪ੍ਰੋਟੀਨ ਵਿਚ ਕੈਟਾਲਾਈਜ਼ ਬਾਇਓਕੈਮੀਕਲ ਰਿਐਕਸ਼ਨਸ ਇਨ ਦੀ ਸੈਲਸ। ਐਂਜ਼ਾਈਮ ਕੀ ਹੁੰਦੇ ਨੇ? ਪ੍ਰੋਟੀਨਸ ਹੁੰਦੇ ਨੇ। ਕਿਹੜੀ ਰਿਐਕਸ਼ਨਸ ਕੈਟਾਲਾਈਜ਼ ਕਰਦੇ ਨੇ? ਬਾਇਓਕੈਮੀਕਲ। ਹੁਣ ਉਹ ਵੀ ਕਦੇ ਕਦੇ ਕੁਐਸਚਨ ਬਣਾ ਦਿੰਦੇ ਨੇ, ਬੋਲਦੇ ਨੇ ਬਾਇਓਫਿਜ਼ੀਕਲ, ਬਾਇਓਲੋਜੀਕਲ, ਕੈਮੀਕਲ, ਐਵੇਂ ਕਰਕੇ। ਤੇ ਕੀ ਆਪਾਂ ਨੇ ਬੋਲਣਾ? ਐਂਜ਼ਾਈਮਸ ਪ੍ਰੋਟੀਨਸ ਕਿਹੜੀ ਰਿਐਕਸ਼ਨਸ ਕੈਟਾਲਾਈਜ਼ ਕਰਦੇ ਨੇ? ਬਾਇਓਕੈਮੀਕਲ। ਰਾਈਬੋਜ਼ਾਈਮਸ ਆਰ ਨਿਊਕਲਿਕ ਐਸਿਡਸ ਵਿਦ ਕੈਟਾਲਿਟਿਕ ਪਾਵਰ, ਇਹ ਵੀ ਆਪਾਂ ਨੇ ਗੱਲ ਕੀਤੀ ਸੀਗੀ। ਤੇ ਪ੍ਰੋਟੀਨੇਸ਼ੀਅਸ ਐਂਜ਼ਾਈਮਸ ਐਗਜ਼ਿਬਿਟ ਸਬਸਟ੍ਰੇਟ ਸਪੈਸੀਫਿਸਿਟੀ। ਪ੍ਰੋਟੀਨ ਐਂਜ਼ਾਈਮਸ ਜਿਹੜੇ ਹੁੰਦੇ ਨੇ ਉਹ ਸਬਸਟ੍ਰੇਟ ਸਪੈਸੀਫਿਸਿਟੀ ਐਗਜ਼ਿਬਿਟ ਕਰਦੇ ਨੇ। ਈਵਨ ਐਵੇਂ ਹੁੰਦਾ ਕਿ ਉਹ ਜਾਂ ਤਾਂ ਡੀ ਜਾਂ ਫਿਰ ਐਲ ਫਾਰਮ ਨਾਲ ਬਾਈਂਡ ਕਰਦੇ ਨੇ ਕਿਸੇ ਵੀ ਸਪੈਸੀਫਿਕ ਪ੍ਰੋਡਕਟ ਦੀ, ਹਰ ਫਾਰਮ ਨਾਲ ਨਹੀਂ ਬਾਈਂਡ ਕਰਦੇ। ਸਿਸ ਟ੍ਰਾਂਸ ਵੀ ਇੰਪੋਰਟੈਂਟ ਆਉਂਦਾ ਹੈ, ਜਿਵੇਂ ਕਿ ਬੀਟਾ ਡੀ ਗਲੂਕੋਸ ਹੈ, ਉਹ ਆਪਣੀ ਬੋਡੀ ਡਾਈਜੈਸਟ ਨਹੀਂ ਕਰ ਸਕਦੀ, ਬਟ ਐਲਫਾ ਡੀ ਗਲੂਕੋਸ, ਬੀਟਾ ਡੀ ਐਲਫਾ ਡੀ ਗਲੂਕੋਸ ਕਰ ਸਕਦੀ ਹੈ। ਹੁਣ ਹੈਗੀ ਕਿ ਦੇ ਆਰ ਡੀਨੇਚਰਡ ਐਟ ਹਾਈ ਟੈਂਪਰੇਚਰਸ, ਹਾਈ ਟੈਂਪਰੇਚਰ ਤੇ ਡੀਨੇਚਰ ਹੋ ਜਾਣਗੇ। ਤੇ ਐਂਜ਼ਾਈਮਸ ਦੀ ਲੋਅਰ ਐਕਟੀਵੇਸ਼ਨ એનર્ਜੀ ਹੁੰਦੀ ਹੈ ਐਂਡ ਐਨਹਾਂਸ ਦੀ ਗ੍ਰੇਟਲੀ ਦ ਰੇਟ ਆਫ ਰਿਐਕਸ਼ਨ। ਐਂਜ਼ਾਈਮ ਕੀ ਕੰਮ ਕਰਦੇ? ਐਕਟੀਵੇਸ਼ਨ એનર્ਜੀ ਨੂੰ ਘੱਟ ਕਰ ਦੇਗਾ ਤੇ ਰੇਟ ਆਫ ਰਿਐਕਸ਼ਨ ਇਨਕਰੀਜ਼ ਕਰ ਦੇਗਾ। Nucleic acids carry hereditary information pass on to the parental generations ਤੇ progeny। Nucleic acid ਦਾ ਕੀ ਕੰਮ ਹੈ? ਉਹ hereditary information ਰੱਖੇਗਾ ਤੇ pass on ਕਰ ਦੇਗਾ। With this we complete the chapter। ਤੇ ਫਟਾਫਟ ਹੁਣ ਕੁਝ exercises ਦੇਖ ਲੈਂਦੇ ਹਾਂ ਕਿ what are macromolecules, give examples। ਆਪਾਂ ਨੇ ਮੈਕਰੋਮੋਲੀਕੂਲ ਸਭ ਤੋਂ ਪਹਿਲਾਂ ਚੈਪਟਰ ਦੀ ਸਟਾਰਟਿੰਗ ਤੇ ਹੀ ਪੜ੍ਹੇ ਨੇ,
ਤਾਂ ਉੱਥੇ ਜਾ ਕੇ ਆਪਾਂ ਪਹਿਲੇ ਪੈਰਾਗ੍ਰਾਫ ਵਗੈਰਾ 'ਚ ਦੇਖ ਸਕਦੇ ਹਾਂ ਕਿ ਮੈਕਰੋਮੋਲੀਕਿਊਲਸ ਕੀ ਹੁੰਦੇ ਨੇ ਤੇ ਉਹਨਾਂ ਦੀ ਐਗਜ਼ਾਮਪਲਸ ਕੀ ਹੋਣਗੇ। ਮੈਕਰੋਮੋਲੀਕਿਊਲਸ ਦੇ ਐਗਜ਼ਾਮਪਲ 'ਚ ਆਪਾਂ ਨੇ ਹੁਣੇ ਪੜ੍ਹਿਆ ਸੀ ਕਿ ਪ੍ਰੋਟੀਨ ਆ ਜਾਏਗਾ, ਪੋਲੀਸੈਕਰਾਈਡ ਆ ਜਾਏਗਾ, ਫਿਰ ਉਸ ਤੋਂ ਬਾਅਦ ਨਿਊਕਲਿਕ ਐਸਿਡ ਵਗੈਰਾ ਆ ਜਾਣਗੇ। ਇਹ ਕਰਕੇ ਇਹ ਸਾਰੇ ਜਿਵੇਂ ਕਿ ਉਰੇ ਪੜ੍ਹਿਆ ਆਪਾਂ ਨੇ ਪ੍ਰੋਟੀਨ, ਨਿਊਕਲਿਕ ਐਸਿਡ, ਪੋਲੀਸੈਕਰਾਈਡ, these are macromolecules ਤੇ ਇਹਨਾਂ ਦੀ ਐਗਜ਼ਾਮਪਲ ਵੀ ਹੋ ਗਈ। ਹੁਣ ਉਸ ਤੋਂ ਬਾਅਦ ਆ ਜਾਂਦਾ ਕਿ ਅਗਲਾ ਕੁਐਸਚਨ, ਵਾਟ ਇਜ਼ ਮੈਂਟ ਬਾਈ ਦ ਟਰਸ਼ਰੀ ਸਟਰਕਚਰ ਆਫ ਪ੍ਰੋਟੀਨ। ਟਰਸ਼ਰੀ ਸਟਰਕਚਰ ਆਫ ਪ੍ਰੋਟੀਨ ਕੀ ਹੁੰਦਾ ਕਿ ਜਦੋਂ ਆਪਾਂ ਪੜ੍ਹਿਆ ਸੀ ਸੈਕੰਡਰੀ ਸਟਰਕਚਰ fold on itself and forms tertiary structure which is biologically active। ਠੀਕ ਹੈ, ਇਹ ਸਭ ਤੁਹਾਨੂੰ ਚੈਪਟਰ ਦੇ ਅੰਦਰ ਮਿਲ ਜਾਏਗਾ। ਉਸ ਤੋਂ ਬਾਅਦ ਆਉਂਦੇ find and write down the structures of 10 interesting small molecular weight biomolecules। If there is any industry which manufactures the compounds by isolation, find out who are the buyers। ये क्या में activity based question है, ये आप देख सकते हैं। कुछ जो स्मॉल मॉलिक्यूलर वेट बायोमोलिक्यूल्स होते हैं अंदर एग्जांपल्स किया जाएंगे मोनोसैकेराइड्स, फिर मोनोसैकेराइड्स तो बाद अमीनो एसिड्स, फिर उसके बाद लिपिड्स भी की है स्मॉल मॉलिक्यूल्स हैं, फिर ओलिगोसैकेराइड्स भी स्मॉल हैं। ठीक है, उस तो बाद आ जाएगा न्यूक्लियोटाइड्स, न्यूक्लियोसाइड्स, न्यूक्लियोटाइड्स, न्यूक्लियोसाइड्स, फिर नाइट्रोजन बेसेस, ये सब स्मॉल मॉलिक्यूलर वेट बायोमोलिक्यूल्स है। मोनोसैकेराइड दी बेसिक एग्जांपल ग्लूकॉन डी। फिर उसके बाद आ जाते हैं फाइंड आउट एंड मेक अ लिस्ट ऑफ प्रोटीन्स दैट आर थेरेपेटिक एजेंट्स एंड फाइंड द एप्लीकेशंस ऑफ प्रोटीन्स। फॉर एग्जांपल कॉस्मेटिक्स, ये भी एक एक्टिविटी बेस्ड क्वेश्चन ਤੁਸੀਂ ਲੱਭ ਸਕਦੇ ਹੋ। ਇਹਦੇ ਨਾਲ ਆਪਾਂ ਜਿਵੇਂ ਅੱਜਕੱਲ ਸਕਿਨ ਕੇਅਰ ਦੇ ਅੰਦਰ ਕਾਫੀ ਬਲਦੇ ਸੈਰਾਮਾਈਡਸ ਐਂਡ ਪ੍ਰੋਟੀਨ ਬੇਸਡ ਹੁੰਦੇ ਨੇ, ਤਾਂ ਉਹ ਸਾਰੀ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ। They explain the composition of triglyceride। ट्राइग्लिसराइड ਦੀ ਕੰਪੋਜੀਸ਼ਨ ਆਪਾਂ ਨੇ ਹੁਣੇ ਰਿਵਾਈਜ਼ ਕੀਤੀ ਸੀ ਕਿ ਹੁੰਦਾ ਗਲਿਸਰੋਲ ਪਲੱਸ ਫੈਟੀ ਐਸਿਡ। ਹੁਣ ਫੈਟੀ ਐਸਿਡ ਇੱਕ ਹੋਵੇ, ਦੋ ਹੋਵੇ, ਤਿੰਨ ਹੋਵੇ, ਇਹਨਾਂ ਸਭ ਨੂੰ ਹੀ ट्राइग्लिसराइड बोलांगे। तो अगर ट्राइग्लिसराइड के अंदर कोई अपने फॉस्फेट नाइट्रोजनस बेस ऐड करता है तो फॉस्फोलिपिड भी बन जाएगा, स्फिंगोलिपिड भी बन सकते हैं अगर स्फिंगोमाइलिन वगैरह ऐड करते हैं। Can you attempt building models of biomolecules using commercially available atomic models? Yeah, this is also an activity, mostly activity based questions here। Draw the structure of amino acid alanine। ਤੇ ਜਿਹੜਾ amino acid alanine ਦਾ structure ਹੈ ਉਹ ਤੁਹਾਨੂੰ ਆਪਣੀ केमिस्ट्री ऑर्गेनिक केमिस्ट्री ਜਿਹੜੀ ਬੁੱਕ ਹੈ ਨਾ ਉਹਦੇ ਅੰਦਰ ਸਾਰੇ ਸਟਰਕਚਰਸ ਦਿੱਤੇ ਆ, ਤਾਂ ਉੱਥੇ ਜਾ ਕੇ ਸਾਰੇ ਸਟਰਕਚਰਸ ਯਾਦ ਵੀ ਕਰਨੇ ਆ। ਬਟ ਹੁਣ ਇੱਕ ਵਾਰ ਆਪਾਂ ਐਲੈਨਿਨ ਦਾ ਸਟਰਕਚਰ ਡਰਾ ਕਰ ਲੈਂਦੇ ਆ ਤਾਂ ਇਹਦੇ ਨਾਲ ਆਪਾਂ ਉਹ ਵੀ ਵਾਪਸ ਰਿਵਾਈਜ਼ ਕਰ ਸਕਦੇ ਆ ਕਿ ਅਮੀਨੋ ਐਸਿਡ ਦਾ ਬੇਸਿਕ ਸਟਰਕਚਰ ਕੀ ਹੁੰਦਾ। ਇੱਕ ਸੈਂਟਰਲ ਕਾਰਬਨ ਹੁੰਦਾ ਜਿਹਦੇ ਨਾਲ ਇੱਕ ਅਮੀਨੋ ਗਰੁੱਪ ਅਟੈਚ ਹੁੰਦਾ, ਇੱਕ ਕਾਰਬੋਕਸਿਲਿਕ ਐਸਿਡ ਗਰੁੱਪ ਅਟੈਚ ਹੁੰਦਾ ਤੇ ਇੱਕ ਹਾਈਡਰੋਜਨ ਹੁੰਦਾ ਤੇ ਇੱਕ ਆਰ ਵੇਰੀਏਬਲ ਗਰੁੱਪ ਹੁੰਦਾ। ਤੇ ਐਲੈਨਿਨ ਦੇ ਕੇਸ ਦੇ ਅੰਦਰ ਉਹ ਆਰ ਹੈ CH3 which is ਮਿਥਾਈਲ। ਓਕੇ, ऑर्गेनिक केमिस्ट्री के अंदर सारे 20 अमीनो एसिड ਦਾ ਸਟਰਕਚਰ ਹੈ, तो ਉਹਨੂੰ ਜ਼ਰੂਰ ਧਿਆਨ ਨਾਲ ਇੱਕ ਵਾਰ ਦੇਖ ਲੈਣਾ ਤੇ ਓਵਰਵਿਊ ਦੇਣਾ ਤੇ ਯਾਦ ਕਰਨ ਦੀ ਵੀ ਕੋਸ਼ਿਸ਼ ਕਰਨੀ ਕਿਉਂਕਿ ਕਾਫੀ ਵਾਰ ਐਗਜ਼ਾਮ 'ਚ ਉਹ ਤੋਂ ਕੁਐਸਚਨਸ ਆਉਂਦੇ ਨੇ। ਉਸ ਤੋਂ ਬਾਅਦ ਆਉਂਦੇ ਵਾਟ ਆਰ ਗਮਸ ਮੇਡ ਆਫ, ਇਜ਼ ਫੈਵੀਕॉल ਡਿਫਰੈਂਟ। ਠੀਕ ਹੈ, ਗਮਸ ਆਬਵੀਅਸਲੀ ਡਿਫਰੈਂਟ ਹੁੰਦੀਆਂ ਨੇ, ਜਿਹੜੀ ਆਪਾਂ ਨੂੰ ਰੇਜ਼ਨਸ ਐਂਡ ਗਮਸ ਮਿਲਦੇ ਨੇ ਪਲਾਂਟਸ ਤੋਂ ਜਾਂ ਫਿਰ ਟਰੀ ਬਾਰਕਸ ਤੋਂ, ਉਹਦੀ ਗਮਸ ਗੱਲ ਕੀਤੀ ਗਈ ਹੈ। ਐਂਡ ਫੈਵੀਕॉल ਇਜ਼ ਅ ਡਿਫਰੈਂਟ ਮੋਲੀਕੂਲ ਕੰਪਾਊਂਡ। Find out a qualitative test for proteins, fats and oils, amino acids, and test any fruit juice, saliva, sweet and urine for them. This is also an activity-based question. Activity-based. Find out how much cellulose is made by all the plants in the biosphere and compare it with how much of paper is manufactured by man, and hence what is the consumption of plant material by man annually? What a loss of vegetation. This is a environment based question। फिर उसके बाद आ जाते हैं describe the important properties of enzyme। ਤਾਂ enzyme ਦੀ properties ਆਪਾਂ ਨੇ ਉੱਤੇ ਹੀ ਪੜ੍ਹਿਆ ਸੀ ਕੀ ਕੀ ਹੁੰਦੇ ਨੇ, ਇੱਕ ਵਾਰ ਹੁਣ ਉਹਨੂੰ ਰਿਵਾਈਜ਼ ਵੀ ਕਰ ਲੈਂਦੇ ਹਾਂ। ਇਹ ਤਾਂ ਦੱਸਿਆ ਗਿਆ ਕਿ ਕੈਟਾਲਿਟਿਕ ਸਾਈਕਲ ਕਿਵੇਂ ਹੁੰਦੇ ਨੇ, ਨੇਚਰ ਆਫ enzymes। ਉਸ ਤੋਂ ਬਾਅਦ ਦੱਸਿਆ ਗਿਆ how do enzymes bring about such a
हाई रेट ऑफ केमिकल रिएक्शंस, ठीक है। उस तो बाद आंदा है प्रॉपर्टीज ऑफ एंजाइम्स किवें किवें रहंदियां ने, ਉਹ ਉਰੇ ਦਿੱਤਾ ਹੋਇਆ। ਜਿਹੜਾ ਇਹ ਪੈਰਾਗ੍ਰਾਫ ਹੈ ਨਾ, ਇਹਨਾਂ ਦੇ ਅੰਦਰ ਆਪਾਂ ਨੇ ਪੜਿਆ ਕਿ ਐਂਜ਼ਾਈਮ ਦੀ ਪ੍ਰੋਪਰਟੀਜ਼ ਕੀ ਰਹਿੰਦੀਆਂ ਨੇ। ਉਸ ਤੋਂ ਬਾਅਦ ਸੋ ਵਿਦ ਦਿਸ ਵੀ ਕੰਪਲੀਟ ਦ ਚੈਪਟਰ। ਇਹਦੇ ਅੰਦਰ ਬਹੁਤ ਸਾਰੇ ਇੰਪੋਰਟੈਂਟ ਕੁਐਸਚਨਸ ਵੀ ਆਉਂਦੇ ਨੇ ਤੇ ਕਾਫੀ ਚੀਜ਼ਾਂ ਇਹ ਚੈਪਟਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ। ਹੁਣ ਸਪੋਜ਼ ਜਿਵੇਂ ਕਿ ਇਹ ਕਾਰਬੋਨਿਕ ਐਨਹਾਈਡਰੇਜ਼ ਹੈ, ਤਾਂ ਇਹਦੀ ਇੱਕ ਬਾਰ ਐਨਡੀਏ ਕੁਐਸਚਨਸ ਆ ਚੁੱਕੇ ਨੇ ਇਹਦੇ ਉੱਤੇ। ਤੇ ਇੱਕ ਬਾਰ ਐਨਡੀਏ ਦਾ ਜਿਹੜਾ ਮੌਕ ਟੈਸਟ ਹੈ ਬਹੁਤ ਜਿਹੜੇ ਐਪ ਤੇ ਸੀਗੇ 2020 ਚ ਆਇਆ ਸੀਗਾ, ਤਾਂ ਉਹਦੇ ਉੱਤੇ ਪੁੱਛਿਆ ਗਿਆ ਸੀ ਵਾਟ ਇਜ਼ ਟਰਨਓਵਰ ਨੰਬਰ। ਟਰਨਓਵਰ ਨੰਬਰ ਤੇ ਕਾਰਬੋਨਿਕ ਐਨਹਾਈਡਰੇਜ਼ ਦਾ ਟਰਨਓਵਰ ਨੰਬਰ ਹੈ 36 ਮਿਲੀਅਨ। ठीक है, कार्बोनिक एनहाइड्रेज इज द फास्टेस्ट एंजाइम इन द वर्ल्ड, नेचुरल एंजाइम, ठीक है। उस तो बाद टर्नओवर नंबर का मतलब की है, नंबर ऑफ सबस्ट्रेट मॉलिक्यूल्स चेंज्ड पर मिनट। ध्यान रखना कि पर मिनट है, पर सेकंड नहीं है, पर आवर नहीं है। changed by a molecule of enzyme। तो ये स्ट्रेस दिखता कि मतलब सिंगल एंजाइम मॉलिक्यूल हाउ मेनी सबस्ट्रेट मॉलिक्यूल्स नो एक मिनट के अंदर प्रोडक्ट्स चेंज करते हैं, that is turnover number of the enzyme। तो ਇਹਦਾ ਕੀ ਮਤਲਬ ਹੈ ਕਿ ਕਾਰਬੋਨਿਕ ਐਨਹਾਈਡਰੇਜ਼ 36 ਮਿਲੀਅਨ ਸਬਸਟ੍ਰੇਟ ਮੋਲੀਕਿਊਲਸ ਨੂੰ ਪ੍ਰੋਡਕਟ ਦੇ ਅੰਦਰ ਚੇਂਜ ਕਰਦਾ ਹੈ ਵਿਦਿਨ 1 ਮਿੰਟ, ਠੀਕ ਹੈ। ਇਸ ਤੋਂ ਇਲਾਵਾ ਹੋਰ ਇੰਪੋਰਟੈਂਟ ਚੀਜ਼ਾਂ ਚੈਪਟਰ ਦੇ ਅੰਦਰ ਕਾਫੀ ਸਾਰੀ ਡਾਇਗਰਾਮਸ ਜਿਹੀਆਂ ਫਿਗਰਸ ਦਿੱਤੀਆਂ ਹੋਈਆਂ ਨੇ ਚੈਪਟਰ ਦੇ ਅੰਦਰ, ਉਹ ਸਭ ਕੁਛ ਹੈ। ਫਿਰ ਸਟਰਕਚਰ ਆਫ ਪ੍ਰੋਟੀਨ, ਸਟਰਕਚਰ ਆਫ ਕਾਰਬੋਹਾਈਡਰੇਟਸ, ਪੋਲੀਸੈਕਰਾਈਡਸ ਤੇ ਉਹਨਾਂ ਦੇ ਮੋਨੋਮਰਸ ਕੀ ਰਹਿੰਦੇ ਨੇ, ਇਹ ਸਭ ਕੁਝ ਪੁੱਛਿਆ ਜਾਂਦਾ ਹੈ। ਤੇ ਇੱਕ ਆਪਾਂ ਸਟਾਰਟਿੰਗ ਤੇ ਟੇਬਲ ਪੜਿਆ ਸੀਗਾ ਕਿ ਅਰਥ ਦੇ ਅੰਦਰ ਕੀ ਕੰਪੋਜੀਸ਼ਨ ਹੈ ਤੇ ਹਿਊਮਨ ਬੋਡੀ ਦੇ ਅੰਦਰ ਕੀ ਕੰਪੋਜੀਸ਼ਨ ਹੈ, ਤੇ ਇਹ ਵੀ ਕੀ ਸੈਲੂਲਰ ਕੰਪੋਨੈਂਟਸ ਦੇ ਅੰਦਰ ਕਿਹਦੀ ਕਿੰਨੀ ਪ੍ਰੋਪੋਰਸ਼ਨ ਹੈ, ਇਹ ਸਭ ਇੰਪੋਰਟੈਂਟ ਟੇਬਲਸ ਹੈ। ਮਤਲਬ ਇਹ ਵਾਲਾ ਐਵਰੇਜ ਕੰਪੋਜੀਸ਼ਨ ਆਫ ਸੈਲ ਤੇ ਉਸ ਤੋਂ ਬਾਅਦ ਸਬ ਸੈਕੰਡਰੀ ਮੈਟਾਬੋਲਾਈਟਸ, ਇਹ ਵੀ ਬਹੁਤ ਇੰਪੋਰਟੈਂਟ ਹੈ। ਇਹ ਸਾਰੀ ਡਾਇਗਰਾਮਸ ਤੇ ਉਸ ਤੋਂ ਇਲਾਵਾ ਇਹ ਵਾਲੇ ਜਿੰਨੇ ਵੀ ਐਲੀਮੈਂਟ ਵਾਲੇ ਟੇਬਲਸ ਹੈ, ਇਹਨਾਂ ਦਾ ਆਪਾਂ ਨੇ ਕੰਪੈਰੀਜ਼ਨ ਕਰਕੇ ਇੱਕ ਆਰਡਰ ਵੀ ਬਣਾ ਲਿਆ ਸੀਗਾ ਤੇ ਉਹ ਯਾਦ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਇੱਕ ਕੁਐਸਚਨ ਆਇਆ ਸੀਗਾ 2007 ਚ ਕਿ 98% ਆਫ ਦੀ ਹਿਊਮਨ ਬੋਡੀ ਇਜ਼ ਕੰਪੋਜ਼ਡ ਆਫ ਦੀ 6 ਐਲੀਮੈਂਟਸ, ਕਿਉਂਕਿ ਇਹਨਾਂ ਨੂੰ ਜਦੋਂ ਐਡ ਕਰਦੇ ਆ ਤਾਂ 98% ਆ ਜਾਂਦਾ ਹੈ। ਨੀਚੇ ਐਡ ਕਰਕੇ ਦੇਖ ਲਓ ਕਿ ਦਿਸ ਇਜ਼ ਲੈਸ ਦੈਨ 2%, this is 0.8, ठीक है। So with this we complete the chapter of biomolecules। Have a good day, happy learning it। Do solve the ਜਿਹੜੇ ਵੀ previous year papers ਤੇ previous year MCQs हैं ਉਹਨਾਂ ਨੂੰ solve ਜ਼ਰੂਰ ਕਰਨਾ ਹੈ, ਤੇ ਕੁਝ ਬੁੱਕਸ ਨਾਲ ਵੀ ਪ੍ਰੈਕਟਿਸ ਕਰਨੀ ਹੈ ਇਹਨਾਂ ਦੇ MCQs, ਜਿਵੇਂ ਕਿ NCERT fingertips ਵਗੈਰਾ, ਉਹ ਕਾਮਨ ਬੁੱਕਸ ਨੇ। ਤੇ NCERT ਦੀ ਬੈਕ ਐਕਸਰਸਾਈਜ਼ ਆਪਾਂ ਨੇ ਹੁਣ ਡਿਸਕਸ ਕਰ ਲਿੱਤੀ ਹੈ। ਅਗਰ ਕੁਛ ਲੋਕਾਂ ਕੋਲ NCERT ਐਗਜ਼ਾਮਪਲਰ ਹੈ ਉਹਨੂੰ ਵੀ ਟਰਾਈ ਕਰ ਸਕਦੇ ਤੁਸੀਂ ਸੋਲਵ ਕਰਨ ਦਾ। ਤੇ ਇਹ ਸਾਰੀ ਜਿੰਨੇ ਵੀ ਡਾਇਗਰਾਮਸ ਇਹਨਾਂ ਤੇ ਜ਼ਰੂਰ ਧਿਆਨ ਦੇਣਾ। ਹੈਵ ਅ ਗੁੱਡ ਡੇ, ਹੈਪੀ ਲਰਨਿੰਗ।